PCM ਕਨਸੈਪਟ ਤੇ ਮੋਟੀਵੇਸ਼ਨਲ ਟਾਕ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਜਿਸ ਸ਼ਖਸੀਅਤ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ, ਉਹਨਾਂ ਨੂੰ ਤੁਸੀਂ ਆਲਰੇਡੀ ਜਾਣਦੇ ਹੋਵੋਗੇ। YouTube ਦੇ ਉੱਤੇ ਉਹਨਾਂ ਦਾ ਚੈਨਲ ਬੜਾ ਮਸ਼ਹੂਰ ਹੈ। ਮੇਰੀ ਮੁਰਾਦ ਹੈ ਸਰਦਾਰ ਜਸਵਿੰਦਰ ਸਿੰਘ ਜੀ। ਜਸਵਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਸਵਿੰਦਰ ਸਿੰਘ ਜੀ ਫਿਜ਼ਿਕਸ ਦੇ ਲੈਕਚਰਰ ਨੇ ਜੀ। ਆਪਣਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਇਹ ਪਟਿਆਲਾ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਅਸੀਂ ਇਹਨਾਂ ਤੋਂ ਜਾਣਾਂਗੇ, ਇਹਨਾਂ ਨੇ ਲੈਬ ਔਨ ਵੀਲਜ਼ ਇੱਕ ਸਟਾਰਟ ਕੀਤਾ ਹੋਇਆ, ਜਿਹਦੇ ਵਿੱਚ ਆਪਣੀ ਇੱਕ ਕਾਰ ਦੇ ਵਿੱਚ ਆਪਣਾ ਲੈਬਸ ਦੇ ਸਾਰੇ ਸਮਾਨ ਰੱਖਦੇ ਨੇ। ਉਹਦੇ ਨਾਲ ਇਹਨਾਂ ਨੇ 43 ਐਕਸਪੈਰੀਮੈਂਟ ਤੋਂ ਸ਼ੁਰੂ ਕੀਤਾ ਸੀ ਅਤੇ ਅੱਜ ਉਸ ਇਕੁਇਪਮੈਂਟ ਦੇ ਨਾਲ 100+ ਐਕਸਪੈਰੀਮੈਂਟ 150 ਦੇ ਨੇੜੇ ਐਕਸਪੈਰੀਮੈਂਟ ਇਹ ਕਰਵਾਉਂਦੇ ਨੇ। ਬੱਚਿਆਂ ਵਿੱਚ ਇਹਨਾਂ ਦਾ ਟੀਚਾ ਹੈਗਾ ਕਿ ਬੱਚਿਆਂ ਵਿੱਚ ਸਾਇੰਸ ਨੂੰ ਪੋਪੂਲਰਾਈਜ਼ ਕੀਤਾ ਜਾਏ। ਫਿਜ਼ਿਕਸ ਦੇ ਲੈਕਚਰਰ ਨੇ। ਅੱਜ ਇਹਨਾਂ ਬਾਰੇ ਜਾਣਦੇ ਹਾਂ, ਕਿੱਥੇ ਪੋਸਟਡ ਨੇ ਅਤੇ ਕਿਸ ਤਰ੍ਹਾਂ ਇਹਨਾਂ ਨੂੰ ਆਈਡੀਆ ਆਇਆ, ਇਹਨਾਂ ਦੀ ਐਜੂਕੇਸ਼ਨਲ ਬੈਕਗਰਾਊਂਡ, ਇਹਨਾਂ ਦੀ ਫੈਮਿਲੀ ਬੈਕਗਰਾਊਂਡ। ਸੋ ਸਭ ਤੋਂ ਪਹਿਲਾਂ ਸਰਦਾਰ ਜਸਵਿੰਦਰ ਸਿੰਘ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਜੀ ਮੈਂ ਆਪਣੇ ਚੈਨਲ 'ਤੇ। ਅਤੇ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅੱਜ ਤੁਹਾਡੇ ਤੋਂ ਅਸੀਂ ਢੇਰ ਸਾਰੀ ਮੋਟੀਵੇਸ਼ਨ ਲੈਣੀ ਹੈ, ਆਪਣੇ ਬੱਚਿਆਂ ਨੂੰ ਗਾਈਡ ਕਰਾਉਣਾ ਜੀ। ਸੋ ਤੁਸੀਂ ਸਾਨੂੰ ਪਹਿਲਾਂ ਆਪਣੀ ਐਜੂਕੇਸ਼ਨਲ ਬੈਕਗਰਾਊਂਡ ਅਤੇ ਆਪਣੀ ਫੈਮਿਲੀ ਬੈਕਗਰਾਊਂਡ ਬਾਰੇ ਦੱਸੋ। ਮੈਂ ਇੱਥੇ ਧੰਨਵਾਦ ਕਰਨਾ ਚਾਹੁੰਦਾ PCM ਦਾ, ਜਿਸ ਦੇ ਵਿੱਚ MD ਸਾਹਿਬ ਸਾਡੇ ਪ੍ਰਭਜੋਤ ਸਿੰਘ ਜੀ, ਜੋ ਕਿ ਐਜ਼ ਏ DC ਹਰਿਆਣਾ ਦੇ ਵਿੱਚ ਵੀ ਐਜ਼ ਏ SDM ਵੀ ਪੋਸਟਡ ਰਹੇ, DC ਵੀ ਪੋਸਟਡ ਰਹੇ। ਅਤੇ ਉਹਨਾਂ ਨੇ ਇੱਕ ਇਹ ਵਿਸ਼ੇਸ਼ ਉਪਰਾਲਾ ਕੀਤਾ ਹੋਇਆ, ਜਿਸ ਦੇ ਵਿੱਚ ਕਿ ਅਲੱਗ-ਅਲੱਗ ਸਮੇਂ 'ਤੇ ਅਲੱਗ-ਅਲੱਗ ਸ਼ਖਸੀਅਤਾਂ ਨੂੰ ਬੁਲਾ ਕੇ ਉਹ ਰੂਬਰੂ ਕਰਾਉਂਦੇ ਆ। ਅਤੇ ਸਾਡਾ ਸੇਮ ਮੋਟਿਵ ਇਹੀ ਬਣਦਾ ਕਿ ਅਸੀਂ ਘਰ ਘਰ ਦੇ ਵਿੱਚ ਇਹ ਗੱਲਾਂ ਪਹੁੰਚਾਈਏ ਕਿ ਜੇ ਕਿਸ ਤਰ੍ਹਾਂ ਦੇ ਨਾਲ ਇੱਕ ਇਨਸਾਨ ਹੈ ਜਿਹੜਾ ਉਹ ਇੱਥੇ ਤੱਕ ਪਹੁੰਚ ਜਾਂਦਾ। ਅਤੇ ਪਹੁੰਚਾਉਣ ਵਾਲੇ ਤੁਸੀਂ ਹੁੰਦੇ ਹੋ ਸਾਰੇ, ਕਿਉਂਕਿ ਸਮਾਜ ਹੁੰਦਾ। ਜੇ ਸਮਾਜ ਸਾਡੀ ਗੱਲ ਹੀ ਨਹੀਂ ਸੁਣੇਗਾ ਤਾਂ ਉਹ ਨਾ ਤਾਂ ਪਹੁੰਚਾ ਸਕਦਾ ਅਤੇ ਨਾ ਖੁਦ ਪਹੁੰਚ ਸਕਦਾ। ਤੋ MD ਸਾਹਿਬ, ਮੈਂ ਇੱਥੇ ਦੱਸਣਾ ਚਾਹਾਂਗਾ ਤੁਹਾਨੂੰ ਕਿ ਛੋਟੇ ਹੁੰਦਿਆਂ ਤੋਂ ਹੀ ਜਦੋਂ ਪ੍ਰੈਕਟੀਕਲ ਕਰਦੇ ਹੁੰਦੇ ਸੀਗੇ ਤਾਂ ਉਸ ਵਕਤ ਸ਼ੁਰੂ ਤੋਂ ਹੀ ਇਹ ਹੁੰਦਾ ਸੀਗਾ ਵੀ ਆਬਜ਼ਰਵੇਸ਼ਨ ਸਾਡੀ ਜਿਹੜੀ ਹੈ ਉਹ ਕੀਨ ਹੋਣੀ ਚਾਹੀਦੀ ਹੈ। ਅਸੀਂ ਹਰ ਇੱਕ ਗੱਲ ਨੂੰ ਮਤਲਬ ਵੀ ਕੀਨਲੀ ਓਬਜ਼ਰਵ ਕਰਦੇ ਸੀ, ਦੇਖਦੇ ਸੀ। ਅਤੇ ਇਸ ਦੇ ਵਿੱਚ ਬਹੁਤ ਵੱਡਾ ਰੋਲ ਹੈ ਜਿਹੜਾ ਉਹ ਹੋ ਜਾਂਦਾ ਸਾਡੇ ਪੇਰੈਂਟਸ ਦਾ। ਜਿੱਥੇ ਅਸੀਂ ਗੱਲ ਕਰਦੇ ਹਾਂ ਨਾ ਵੀ ਮਾਤਾ ਪਿਤਾ ਦੇ ਸੰਸਕਾਰ ਹੈ, ਤਾਂ ਉੱਥੇ ਉਹ ਸੰਸਕਾਰਾਂ ਦੇ ਨਾਲ ਨਾਲ ਉਹ ਪੜ੍ਹਾਈ ਦੇ ਸੰਸਕਾਰ ਵੀ ਨਾਲ ਹੀ ਦਿੰਦੇ ਆ ਸਾਨੂੰ ਵੀ ਪੜ੍ਹਨਾ ਕਿਵੇਂ ਹੈ। ਤਾਂ ਮੈਨੂੰ ਯਾਦ ਹੈ ਕਿ ਜਦੋਂ ਸ਼ੁਰੂ ਦੇ ਵਿੱਚ ਇੱਕ ਵਾਰੀ ਕੋਈ ਮੈਜਿਕ ਦਿਖਾਉਣ ਆਇਆ, ਮੇਰੇ ਖਿਆਲ ਮੈਨੂੰ ਯਾਦ ਆ ਰਿਹਾ ਥੋੜ੍ਹਾ ਜਿਹਾ ਵੀ 3 ਜਾਂ 4 ਕਲਾਸ 'ਚ ਹੋਊਗਾ। ਤਾਂ ਉਸ ਵਕਤ ਉਹ ਜਾਦੂਗਰ ਨੇ ਕੀ ਕੀਤਾ ਕਿ ਇੱਕ ਉਹਦੇ ਕੋਲ ਸਲੇਟੀ, ਕਿਉਂਕਿ ਸਾਡੇ ਕੋਲ ਸਲੇਟ ਅਤੇ ਸਲੇਟੀ ਹੋਇਆ ਕਰਦੀ ਸੀ, ਅਤੇ ਉਹ ਜਾਦੂਗਰ ਨੇ ਸਲੇਟੀ ਹੱਥ ਦੇ ਵਿੱਚ ਲਈ ਅਤੇ ਉਹ ਸਲੇਟੀ ਨੂੰ ਕਹਿੰਦਾ ਗਾਇਬ ਹੋ ਗਈ ਸਲੇਟੀ। ਮਤਲਬ ਪਤਾ ਨਹੀਂ ਉਹਨੇ ਥੱਲੇ ਸਿੱਟੀ ਸੀ ਜਾਂ ਕੀ ਕੀਤਾ ਸੀਗਾ। ਹੁਣ ਅਸੀਂ ਜਾਣਦੇ ਹਾਂ ਵੀ ਹਰ ਇੱਕ ਮੈਜਿਕ ਦੇ ਪਿੱਛੇ ਜਿਹੜੀ ਸਾਇੰਸ ਹੈ, ਹੁਣ ਅਸੀਂ ਵੱਡੇ ਹੋ ਕੇ ਸਮਝ ਚੁੱਕੇ ਹਾਂ। ਲੇਕਿਨ ਉਸ ਟਾਈਮ ਦੇ ਉੱਤੇ ਜਦੋਂ ਮੈਂ ਬੱਚਾ ਸੀਗਾ ਤਾਂ ਮੈਂ ਵੀ ਉਹ ਘਰੇ ਜਾ ਕੇ ਉਹ ਚੀਜ਼ ਨੂੰ ਕਰਨਾ ਚਾਹਿਆ। ਅਤੇ ਉਹ ਕਰਨ ਦੇ ਵਿੱਚ ਹੁਣ ਮੇਰੇ ਕੋਲ ਉਹ ਕਲਾ ਤਾਂ ਹੈ ਨਹੀਂ ਸੀ, ਆਰਟ ਨਹੀਂ ਸੀਗਾ ਮੇਰੇ ਕੋਲ। ਲੇਕਿਨ ਮੈਂ ਕੀ ਕੀਤਾ ਕਿ ਉਹ ਸਲੇਟੀ ਨੂੰ ਆਪਣੇ ਨੱਕ ਦੇ ਵਿੱਚ ਫਸਾ ਲਿਆ ਵੀ ਇਹ ਹੁਣ ਗਾਇਬ ਹੋ ਜਾਏਗੀ। ਉਹ ਚੱਲਦੇ 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 ਇਸ ਤਰ੍ਹਾਂ ਕਰਦੇ ਕਰਦੇ ਉਹ ਇੱਥੇ ਤੱਕ ਪਹੁੰਚ ਗਈ ਅਤੇ ਫਸ ਗਈ। ਅਤੇ ਫਿਰ ਮੇਰੇ ਪੇਰੈਂਟਸ ਨੂੰ ਡਾਕਟਰ ਕੋਲ ਲੈ ਕੇ ਜਾਣਾ ਪਿਆ। ਅਤੇ ਉਹ ਜਦੋਂ ਡਾਕਟਰ ਕੋਲ ਲੈ ਕੇ ਗਏ ਅਤੇ ਉਹ ਡਾਕਟਰ ਨੇ ਇਸ ਨੂੰ ਕੱਢਿਆ ਅਤੇ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਸਿਰਹਾਣਾ ਨਹੀਂ ਰੱਖਣਾ ਅਤੇ ਆਈਸਕ੍ਰੀਮ ਹੀ ਇਕੱਲੀ ਖਾਣੀ ਹੈ। ਤਾਂ ਉਹ ਚੀਜ਼ਾਂ ਮਤਲਬ ਹਾਲੇ ਤੱਕ ਵੀ ਜੇਨ ਦੇ ਵਿੱਚ ਹੈ। ਤਾਂ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਜਿਹੜੀ ਆਬਜ਼ਰਵੇਸ਼ਨ ਹੈ ਨਾ, ਉਸ ਨੂੰ ਦੇਖ ਕੇ ਫਿਰ ਪ੍ਰੈਕਟੀਕਲੀ ਅਪਲਾਈ ਕਰਨਾ, ਇਹ ਬਹੁਤ ਮਾਇਨੇ ਰੱਖਦੀ ਹੈ ਚੀਜ਼। ਮੇਰੇ ਖਿਆਲ 'ਤੇ ਕਿਤੇ ਨਾ ਕਿਤੇ ਇਹ ਚੀਜ਼ ਕੰਮ ਕਰ ਗਈ ਹੋਈ ਹੈ। ਅਤੇ ਫਿਰ ਜਦੋਂ ਅਸੀਂ ਅੱਗੇ ਪੜ੍ਹਾਈ ਕਰਦੇ ਸੀਗੇ ਤਾਂ ਸਾਡੇ ਟੀਚਰਸ ਨੇ, ਮੈਂ ਹੈੱਡ ਬੋਏ ਰਿਹਾ ਆਪਣੇ ਸਕੂਲ ਦਾ, ਅਤੇ ਹੈੱਡ ਬੋਏ ਹੁੰਦੇ ਹੋਏ ਸਾਰੇ ਕੰਮ ਮਤਲਬ ਸਕੂਲ ਦੇ ਐਜ਼ ਏ ਹੈੱਡ ਬੋਏ ਵੀ ਪੂਰੇ ਸਕੂਲ ਦਾ ਚਾਰਜ ਮੇਰੇ ਕੋਲ ਹੈ ਨਾ ਸਟੂਡੈਂਟਸ ਦਾ। ਅਤੇ ਮੈਂ ਆਪ ਕਰਨਾ, ਬੈਂਡ ਦੇ ਵਿੱਚ ਪਾਰਟੀਸਪੇਟ ਕਰਨਾ, ਹੋਰ ਚੀਜ਼ਾਂ 'ਚ ਕਰਨਾ, ਪੜ੍ਹਾਈ ਦੇ ਵਿੱਚ ਵੀ ਅੱਗੇ ਰਹਿਣਾ। ਮਤਲਬ ਉਹ ਸਕੋਲਰਸ਼ਿਪ ਮਿਲਿਆ ਫਿਰ ਮੈਨੂੰ 10th ਕਲਾਸ ਦੇ ਵਿੱਚ, ਮੇਰਾ ਸਕੂਲ ਔਨਰ ਬੋਰਡ ਦੇ ਉੱਤੇ ਨਾਮ ਲਿਖਿਆ ਗਿਆ। ਮਤਲਬ ਸ਼ੁਰੂ ਤੋਂ ਹੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਫੈਮਿਲੀ ਦੇ ਵਿੱਚ, ਮਤਲਬ ਇਹ ਬਹੁਤ ਰੁਝਾਨ ਹੁੰਦਾ। ਪੇਰੈਂਟਸ ਦਾ ਬਹੁਤ ਵੱਡਾ ਰੋਲ ਹੁੰਦਾ ਕਿ ਉਹ ਕਿਹੜੇ ਪਾਸੇ ਨੂੰ ਤੁਹਾਨੂੰ ਮੋੜ ਦੇਣ। ਠੀਕ ਹੈ, ਆਪਣਾ ਇੰਟਰਸਟ ਤਾਂ ਹੋਇਆ ਹੀ ਕਰਦਾ ਕਿ ਮੈਂ ਕਿੱਧਰ ਨੂੰ ਜਾਣਾ ਚਾਹੁੰਦਾ। ਮੈਂ ਕੋਈ ਸਾਇੰਸ ਔਰ ਮੈਥਮੈਟਿਕਸ ਦੇ ਵਿੱਚ ਬਹੁਤਾ ਜ਼ਿਆਦਾ ਅੱਛਾ ਨਹੀਂ ਸੀਗਾ, ਲੇਕਿਨ ਮੇਰਾ ਰੁਝਾਨ ਡਰਾਇੰਗ ਦੇ ਵਿੱਚ ਬਹੁਤ ਜ਼ਿਆਦਾ ਸੀ। ਅਤੇ ਮੈਨੂੰ ਯਾਦ ਹੈ ਮੇਰੇ ਮਦਰ ਇੱਕ ਵਾਰੀ ਸਕੂਲ ਦੇ ਵਿੱਚ ਗਏ ਅਤੇ ਉਹਨਾਂ ਨੇ ਮਤਲਬ ਕੁਛ ਗੱਲਾਂ ਬੱਚਿਆਂ ਨੂੰ ਯਾਦ ਰਹਿ ਜਾਂਦੀਆਂ ਨਾ, ਅਤੇ ਮੇਰੇ ਮਦਰ ਨੇ ਜਾ ਕੇ ਟੀਚਰ ਨੂੰ ਇਹ ਗੱਲ ਕਹੀ, ਉਹ ਹਾਲੇ ਵੀ ਮੇਰੇ ਦਿਮਾਗ ਗੂੰਜਦੀ ਹੈ ਕਿ ਤੁਸੀਂ ਇਹਨੂੰ ਇਕੱਲਾ ਡਰਾਇੰਗ ਦਾ ਹੀ ਕੰਮ ਦਿੰਦੇ ਹੋ, ਹੋਰ ਕਿਸੇ ਵਿਸ਼ੇ ਦਾ ਕੰਮ ਨਹੀਂ ਦਿੰਦੇ ਤੁਸੀਂ ਇਸ ਨੂੰ। ਮਤਲਬ ਇੰਨਾ ਜ਼ਿਆਦਾ ਇੰਟਰਸਟ ਸੀ। ਪਰ ਅੱਜ ਮੈਂ ਪ੍ਰਭਜੋਤ ਸਿੰਘ ਜੀ ਇਹ ਗੱਲ ਸਮਝ ਸਕਦਾ ਕਿ ਉਸ ਡਰਾਇੰਗ ਨੇ ਮੈਨੂੰ ਇੰਨਾ ਕੁ ਸ਼ਾਰਪ ਕਰਤਾ, ਉਹ ਮੇਰਾ ਐਂਗਲ ਆਫ ਥਿੰਕਿੰਗ ਹੈ ਜਿਹੜਾ ਐਸਾ ਬਣਾਤਾ ਕਿ ਮੈਨੂੰ ਕੋਈ ਵੀ ਚੀਜ਼ ਹੁਣ ਟੇਢੀ ਮੇਢੀ ਪਈ ਹੋਵੇ ਨਾ ਬੁਰੀ ਲੱਗਦੀ ਹੈ।
ਕੋਈ ਐਂਗਲ ਠੀਕ ਨਾ ਹੋਵੇ, ਉਹ ਮੈਨੂੰ ਐ ਲੱਗਦਾ ਵੀ ਇਹ ਠੀਕ ਨਹੀਂ ਹੈ। ਜੀ ਹੁਣ ਮੈਂ ਬਗੈਰ ਪ੍ਰੋਟੈਕਟਰ ਦੇ ਦੱਸ ਸਕਦਾ ਵੀ ਇਹ ਕਿੰਨੇ ਡਿਗਰੀ ਦਾ ਐਂਗਲ ਹੈ। ਜੀ ਇਹ ਦੇਣ ਮੇਰੀ ਡਰਾਇੰਗ ਦੀ ਸੀਗੀ। ਜੀ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਆਪਾਂ ਮੈਨੇਜ ਕਰਨਾ ਹੈ, ਹੱਥੀਂ ਕੰਮ ਕਿਵੇਂ ਕਰਨਾ ਹੈ। ਮੇਰੇ ਇੱਕ ਡਰਾਇੰਗ ਟੀਚਰ ਹੋਇਆ ਕਰਦੇ ਸੀਗੇ ਜਿਹੜੇ ਕਿ ਮਿੱਟੀ ਦੇ ਬੁੱਤ ਬਣਾਉਂਦੇ ਸੀ। ਜੀ ਫਿਰ ਸਾਨੂੰ ਸਟਿਲ ਲਾਈਫ ਦੇ ਵਿੱਚ ਜਦੋਂ ਉਹਨਾਂ ਨੇ ਦਿਖਾਇਆ ਵੀ ਕਿਸ ਤਰ੍ਹਾਂ ਇੱਕ ਪੈਨਸਲ ਦੇ ਨਾਲ ਇਸ ਤਰ੍ਹਾਂ ਰੱਖ ਕੇ ਸਾਹਮਣੇ ਪਏ ਹੋਏ ਮਾਡਲ ਨੂੰ ਤੁਸੀਂ ਮੇਜਰ ਕਰਨਾ ਹੈ, ਫਿਰ ਉਹਦੀ ਡਰੈਪਰੀ ਬਣਾਉਣੀ ਆ, ਉਹ ਫਿਰ ਮੈਨੂੰ ਮੌਕਾ ਮਿਲਿਆ ਜੀ ਯੂਨੀਵਰਸਿਟੀ ਦੇ ਵਿੱਚ, ਕਲਰ ਮਿਲਿਆ ਮੈਨੂੰ ਇਸ ਦੇ ਵਿੱਚ, ਸਟਿਲ ਲਾਈਫ ਦੇ ਵਿੱਚ, ਡਰਾਇੰਗ ਦੇ ਵਿੱਚ। ਮਤਲਬ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਬੇਸ ਚੱਲਦਾ, ਲੇਕਿਨ ਉਹ ਬੇਸ ਹੈ ਜਿਹੜਾ ਹੁਣ ਸ਼ਿਫਟ ਕਿਹਦੇ ਵੱਲ ਹੋ ਗਿਆ, ਮੈਥਮੈਟਿਕਸ। ਕਿਉਂਕਿ ਡਰਾਇੰਗ ਦਾ ਵੀ ਜਿਹੜਾ ਬੇਸ ਹੈ ਨਾ ਜੀ, ਉਹ ਮੈਥਮੈਟਿਕਸ ਹੀ ਹੈ ਜੀ, ਟੋਟਲੀ ਮੈਥਮੈਟਿਕਸ ਹੈ। ਲੇਕਿਨ ਉਹ ਮੈਥਮੈਟਿਕਸ ਨੂੰ ਕਰਨ ਦਾ ਇੱਕ ਅਲੱਗ ਤੋਂ ਤਰੀਕਾ ਹੈ। ਜਿਸ ਤਰ੍ਹਾਂ ਅਸੀਂ ਇੰਜੀਨੀਅਰਿੰਗ ਦੇ ਵਿੱਚ ਜਾ ਕੇ ਕਰਦੇ ਹਾਂ ਕਿ ਬੱਚੇ ਡਰਾਇੰਗ ਵੀ ਜ਼ਰੂਰੀ ਹੈ ਉੱਥੇ, ਤੇ ਉਹਨਾਂ ਨੂੰ ਮੈਥਮੈਟਿਕਸ ਵੀ ਆਉਣਾ ਚਾਹੀਦਾ ਜੀ, ਕੰਬੀਨੇਸ਼ਨ ਹੈ ਨਾ ਜੀ। ਤਾਂ ਇਹ ਜੇ ਕੰਬੀਨੇਸ਼ਨ ਬਣਦੇ ਗਏ ਤੇ ਉਹ ਪੇਰੈਂਟਸ ਨੇ ਜਿਹੜਾ ਮਤਲਬ ਵੀ ਰੋਲ ਅਦਾ ਕੀਤਾ ਨਾ, ਉਹਦੀ ਦੇਣ ਤਾਂ ਮੇਰੇ ਖਿਆਲ ਤੇ ਕਦੇ ਦਿੱਤੀ ਨਹੀਂ ਜਾ ਸਕਦੀ। ਕਿ ਚਾਹੇ ਉਹ ਪਾਠ ਪੂਜਾ ਦੇ ਵਿੱਚ ਸੀ, ਤੇ ਸਾਡੇ ਮਾਤਾ ਜੀ ਨੇ ਅਕਸਰ ਕਿਹਾ ਕਰਨਾ ਵੀ ਨਾਸ਼ਤਾ ਤਾਂ ਮਿਲੂਗਾ, ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਕੇ ਆਓ ਜੀ। ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਮਤਲਬ ਕਿਤੇ ਇਹ ਕਿਹਾ ਜਾਂਦਾ ਵੀ ਜਿਹੜਾ ਸਾਡਾ ਧਰਮ ਹੈ ਨਾ, ਧਰਮ ਸਾਨੂੰ ਬਹੁਤ ਡਿਸਿਪਲਿਨਡ ਬਣਾ ਦਿੰਦਾ ਜੇ ਸਹੀ ਢੰਗ ਦੇ ਵਿੱਚ ਅਸੀਂ ਉਸ ਦੇ ਵਿੱਚ ਆਪਣਾ ਚੱਲਦੇ ਜਾਈਏ ਜੀ। ਤਾਂ ਪੇਰੈਂਟਸ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈ ਸਰ। ਤੋ ਤੁਸੀਂ ਆਪਣੀ ਐਜੂਕੇਸ਼ਨਲ ਬੈਕਗਰਾਉਂਡ ਬਾਰੇ ਤੁਸੀਂ ਦੱਸੋ। ਤੁਸੀਂ ਅਬੋਹਰ ਤੋਂ ਤੁਸੀਂ ਮਾਡਰਨ ਸਕੂਲ ਤੋਂ ਤੁਸੀਂ ਮੈਟ੍ਰਿਕ ਕੀਤੀ ਹੈ, ਉਸ ਤੋਂ ਬਾਅਦ ਤੁਸੀਂ ਕਿੱਥੋਂ +2 ਕੀਤੀ ਹੈ, ਤੁਸੀਂ BSc MSc ਕਿੱਥੋਂ ਕੀਤੀ, ਉਹਦੇ ਬਾਰੇ ਸਾਨੂੰ ਥੋੜਾ ਜੀ ਜੀ। ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਤੁਸੀਂ ਮੇਰੇ ਉਹ ਪੁਰਾਣੇ ਦਿਨ ਯਾਦ ਕਰਾਤੇ ਅਬੋਹਰ ਦਾ ਨਾਮ ਲੈਂਦੇ ਹੀ, ਕਿਉਂਕਿ ਅਬੋਹਰ ਦੇ ਵਿੱਚ ਮਾਡਰਨ ਪਬਲਿਕ ਹਾਈ ਸਕੂਲ ਅਬੋਹਰ ਸੀਗਾ। ਸਰਦਾਰ ਸੋਹਣ ਸਿੰਘ ਮੋਂਗਾ ਜੀ ਉਹਦੇ ਡਾਇਰੈਕਟਰ ਸੀਗੇ, ਉਹ ਚਲਾਉਂਦੇ ਹੁੰਦੇ ਸੀਗੇ। ਤਾਂ ਉਹ ਸਕੂਲ ਦੇ ਵਿੱਚ 10ਵੀਂ ਤੱਕ ਦੀ ਮੈਂ ਪੜ੍ਹਾਈ ਕੀਤੀ ਜੀ। ਤੇ ਉਸ ਤੋਂ ਬਾਅਦ ਜਿਹੜੀ ਆਪਣੀ +1 ਮੈਂ ਨਾਨ ਮੈਡੀਕਲ, ਉਦੋਂ ਸਾਡੇ ਵੇਲੇ ਪ੍ਰੀ ਯੂਨੀਵਰਸਿਟੀ ਕਿਹਾ ਜਾਂਦਾ ਸੀ ਇਸ ਨੂੰ, ਪ੍ਰੀ ਮੈਡੀਕਲ, ਪ੍ਰੀ ਇੰਜੀਨੀਅਰਿੰਗ। ਤਾਂ ਪ੍ਰੀ ਯੂਨੀਵਰਸਿਟੀ ਤੇ ਔਰ ਪ੍ਰੀ ਇੰਜੀਨੀਅਰਿੰਗ ਐਵੇਂ ਜਿਹੜੀ ਗਵਰਨਮੈਂਟ ਰਬਦਮਨ ਕਾਲਜ ਨਾਭਾ ਤੋਂ ਕੀਤੀ, ਕਿਉਂਕਿ ਮੇਰੇ ਪੇਰੈਂਟਸ, ਮੇਰੇ ਪਾਪਾ ਜਿਹੜੇ ਉਹ ਬੈਂਕ ਦੇ ਵਿੱਚ ਹੋਣ ਕਰਕੇ ਉਹਨਾਂ ਦੀ ਬਦਲੀ ਹੋ ਗਈ ਸੀ ਸ੍ਰੀਨਗਰ ਦੀ, ਤੇ ਉੱਥੇ 1 ਸਾਲ ਪੜ੍ਹਾਈ ਦਾ ਫਰਕ ਪੈਂਦਾ ਸੀ। ਉਹ ਫਿਰ ਮੈਨੂੰ ਨਾਨਕੇ ਛੱਡ ਗਏ, ਨਾਨਾ ਜੀ ਕੋਲ, ਨਾਨਾ ਨਾਨੀ ਕੋਲ ਰਹਿੰਦਿਆਂ ਫਿਰ ਮੈਂ ਪੜ੍ਹਾਈ ਕੀਤੀ ਤੇ ਰਬਦਮਨ ਕਾਲਜ ਦੇ ਵਿੱਚ ਮੇਰਾ ਦਾਖਲਾ ਹੋਇਆ। ਤੇ ਮੈਂ ਇੱਥੇ ਦੱਸਣ ਦੇ ਵਿੱਚ ਬਿਲਕੁਲ ਸੰਕੋਚ ਨਹੀਂ ਕਰਦਾ ਹਾਂ ਕਿ ਜਦੋਂ ਪੇਰੈਂਟਸ ਤੋਂ ਬੱਚਾ ਥੋੜਾ ਜਿਹਾ ਅਲੱਗ ਹੁੰਦਾ ਨਾ, ਤਾਂ ਉਸ ਵੇਲੇ ਉਸ ਨੂੰ ਕੁਛ ਨਾ ਕੁਛ ਸੈਟਬੈਕ ਮਿਲਦਾ। ਸੈਟਬੈਕ ਜਦੋਂ ਮਿਲਿਆ ਤਾਂ ਉਦੋਂ ਕੀ ਹੋਇਆ ਕਿ ਮੈਂ +1 ਦੇ ਵਿੱਚ ਦਾਖਲਾ ਤਾਂ ਲੈ ਲਿਆ ਜੀ, ਪਰ ਮੈਂ +1 ਦੇ ਵਿੱਚ ਫੇਲ ਹੋ ਗਿਆ। ਤੇ ਫਿਰ ਪੇਰੈਂਟਸ ਕਹਿੰਦੇ ਜੀ ਹੁਣ ਤਾਂ ਇਹ ਕਿਵੇਂ ਪੜ੍ਹੂਗਾ, ਅੱਗੇ ਤਾਂ ਪੜ੍ਹ ਹੀ ਨਹੀਂ ਸਕਦਾ। ਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਪੜ੍ਹੂੰਗਾ ਔਰ ਮੈਂ ਪੜ੍ਹਨਾ ਚਾਹੁੰਦਾ, ਤੁਸੀਂ ਮੈਨੂੰ ਪੜ੍ਹਾਓ ਜੀ। ਫਿਰ ਉਹਨਾਂ ਨੂੰ ਮਿੰਨਤਾਂ ਕਰਕੇ ਮਤਲਬ ਉਹਨਾਂ ਨੂੰ ਦੁਬਾਰਾ ਲਗਾਤਾ ਉਹਨਾਂ ਨੇ ਪੜ੍ਹਨ। ਪਰ ਜਦੋਂ ਉਹਨਾਂ ਨੇ ਦੁਬਾਰਾ ਲਗਾਇਆ ਸੀ ਨਾ ਮੈਨੂੰ, ਤਾਂ ਮੇਰੇ ਮਨ ਦੇ ਵਿੱਚ ਇਹ ਸੀਗਾ ਵੀ ਕਾਲਜ ਦੇ ਵਿੱਚੋਂ ਫਸਟ ਆਉਣਾ ਜੀ। ਦੈਨ ਆਈ ਬੈਗਡ ਕਾਲਜ ਕਲਰ। ਅੱਛਾ ਜੀ। ਤੇ ਉਸੇ ਕਲਾਸ ਦੇ ਵਿੱਚ ਕਾਲਜ ਕਲਰ ਮਿਲਦਾ ਫਿਰ ਮੈਨੂੰ ਜੀ, ਵੀ ਉਸੇ ਕਲਾਸ 'ਚ ਮੈਂ ਫੇਲ ਹੁੰਨਾ, ਉਸੇ ਕਲਾਸ ਦੇ ਵਿੱਚ ਨੈਕਸਟ ਈਅਰ ਮੈਂ ਕਾਲਜ ਕਲਰ ਲੈ ਜਾਂਦਾ। ਤਾਂ ਇਸ ਦਾ ਮਤਲਬ ਇਹ ਹੈ ਕਿ ਬੱਚੇ ਦੇ ਲਈ ਇਹ ਜ਼ਰੂਰੀ ਹੈ ਕਿ ਉਹਦਾ ਇੰਟਰਸਟ ਕ੍ਰੀਏਟ ਕੀਤਾ ਜੀ, ਕਿਉਂਕਿ ਜਦ ਤੱਕ ਇੰਟਰਸਟ ਨਹੀਂ ਕ੍ਰੀਏਟ ਹੋਇਆ ਸੀਗਾ, ਕਿਉਂਕਿ ਕਈ ਫੈਕਟਰ ਹੋ ਜਾਂਦੇ ਆ ਇਸ ਦੇ ਵਿੱਚ। ਜਦੋਂ ਅਸੀਂ ਇੱਕ ਸਕੂਲ ਤੋਂ ਕਾਲਜ ਦੇ ਵਿੱਚ ਲਾਈਫ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਸਾਨੂੰ ਥੋੜਾ ਜਿਹਾ ਫ੍ਰੀ ਮਾਈਂਡ ਮਿਲ ਜਾਂਦਾ ਜੀ, ਕਿਸੇ ਨੇ ਪੁੱਛਣਾ ਨਹੀਂ ਹੁੰਦਾ ਉੱਥੇ ਵੀ ਤੂੰ ਕੰਮ ਕੀਤਾ ਕਿ ਨਹੀਂ ਕੀਤਾ, ਹੈ ਨਾ। ਸਕੂਲ ਦਾ ਸਿਸਟਮ ਤੇ ਕਾਲਜ ਦਾ ਸਿਸਟਮ ਡਿਫਰੈਂਟ ਹੈ। ਤਾਂ ਇਸ ਕਰਕੇ ਇਹਨਾਂ ਚੀਜ਼ਾਂ ਕਰਕੇ ਕਿਤੇ ਡਰਾਬੈਕਸ ਆਏ ਸੀ ਕਿ ਜ਼ਿੰਦਗੀ ਦੇ ਵਿੱਚ ਆਉਂਦੇ ਆ, ਔਰ ਇਹ ਜਿਹੜੀਆਂ ਹਿੰਡਰੈਂਸਿਸ ਆਉਂਦੀਆਂ ਇਹੀ ਤੁਹਾਨੂੰ ਅੱਗੇ ਲੈ ਕੇ ਜਾਂਦੀਆਂ। ਬਿਲਕੁਲ। ਤੋ ਤੁਸੀਂ ਸਾਨੂੰ ਇਹ ਦੱਸੋ, ਜਿਹੜਾ ਆਈਡੀਆ ਹੈ ਲੈਬ ਔਨ ਵੀਲਸ, ਤੁਸੀਂ ਕਿਸ ਤਰ੍ਹਾਂ ਸ਼ੁਰੂ ਕੀਤਾ, ਤੁਹਾਡੀ ਕਿੰਨੀ ਇਨਵੈਸਟਮੈਂਟ ਸੀ, ਕੀ ਇਸ ਦੇ ਬਾਰੇ ਤੁਹਾਡੀ ਕੀ ਸਟੋਰੀ ਹੈ, ਤੁਸੀਂ ਪੂਰਾ ਸਾਨੂੰ ਦੱਸੋ। ਠੀਕ ਹੈ, ਮੈਂ ਪ੍ਰਭਜੋਤ ਸਿੰਘ ਜੀ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਮੈਂ ਲੈਬ ਔਨ ਵੀਲਸ ਬਣਾਈ, ਇਹ ਕਨਸੈਪਟ ਮੇਰੇ ਦਿਮਾਗ ਦੇ ਵਿੱਚ 2012 ਦੇ ਵਿੱਚ ਡਿਵੈਲਪ ਹੋਇਆ, ਜਦੋਂ ਮੈਂ ਇੱਕ ਸਕੂਲ ਦੇ ਵਿੱਚ ਮੇਰੀ ਡਿਊਟੀ ਲੱਗਦੀ ਹੈ ਜੀ ਕਿ ਪ੍ਰੈਕਟੀਕਲ ਲੈਣ ਜਾਣਾ ਸੀ। ਤਾਂ ਪ੍ਰੈਕਟੀਕਲ ਲੈਣ ਦੇ ਲਈ ਸਾਡੇ ਕੋਲ ਟਾਈਮਿੰਗਸ ਹੁੰਦੇ ਆ 2 ਵਜੇ ਤੋਂ ਲੈ ਕੇ 5 ਵਜੇ ਤੱਕ, 3 ਘੰਟੇ ਦਾ ਟਾਈਮ ਸਾਨੂੰ ਮਿਲਦਾ ਕਿ 3 ਘੰਟੇ ਦੇ ਵਿੱਚ ਤੁਸੀਂ ਇਹ ਬੱਚਿਆਂ ਤੋਂ ਪ੍ਰੈਕਟੀਕਲ ਕਰਵਾ ਕੇ, ਉਹਨਾਂ ਦੀ ਜਜਮੈਂਟ ਲੈ ਕੇ, ਆਬਜ਼ਰਵੇਸ਼ਨ ਕੈਲਕੂਲੇਸ਼ਨਸ ਲੈ ਕੇ, ਤੇ ਵਾਈਵਾ ਵਗੈਰਾ ਲੈ ਕੇ, ਤੇ ਉਹਨਾਂ ਦੇ ਨੰਬਰ ਜਿਹੜੇ ਆ ਲਗਾ ਕੇ ਭੇਜਣੇ ਜੀ। ਤੇ ਜਦੋਂ ਮੈਂ ਉੱਥੇ ਜਾਂਦਾ ਸਕੂਲ ਦੇ ਵਿੱਚ, ਤਾਂ ਉੱਥੇ ਜਿਹੜੇ ਬੱਚੇ ਮੇਰੇ ਕੋਲ ਆਉਂਦੇ ਆ, ਤਾਂ ਉਸ ਵਕਤ ਉਹ ਬੱਚੇ ਕਹਿ ਰਹੇ ਹੁੰਦੇ ਆ ਕਿ ਸਰ ਸਾਈਨ ਕਰਵਾ ਲਓ ਜੀ। ਫਿਰ ਸਾਡੇ ਟੀਚਰ ਨੇ ਕਿਹਾ ਸੀ ਵੀ ਸਾਈਨ ਕਰਕੇ ਬਸ ਤੁਹਾਨੂੰ ਭੇਜ ਦੇਣਗੇ ਜੀ। ਮੈਂ ਕਿਹਾ ਕਿਵੇਂ ਪੋਸੀਬਲ ਹੋ ਸਕਦਾ, ਤੁਸੀਂ ਪ੍ਰੈਕਟੀਕਲ ਦੇਣ ਆਏ ਹੋ, ਤੁਹਾਡੀਆਂ ਪ੍ਰੈਕਟੀਕਲ ਨੋਟਬੁੱਕਸ ਮੈਂ ਦੇਖਣੀ ਹੈ, ਤੁਹਾਡੇ ਤੋਂ ਪ੍ਰੈਕਟੀਕਲ ਕਰਵਾ ਕੇ ਦੇਖਣਾ ਹੈ, ਤੇ ਇਹ ਕਿੱਦਾਂ ਹੋ ਸਕਦਾ ਵੀ ਤੁਹਾਡੇ ਸਾਈਨ। ਮੈਂ ਕਹਿੰਦੇ ਨਹੀਂ, ਸਾਡੇ ਟੀਚਰ ਨੇ ਕਿਹਾ ਸੀਗਾ। ਮੈਂ ਕਿਹਾ ਚਲੋ ਤੁਸੀਂ ਇੱਕ ਅੱਧਾ ਪ੍ਰੈਕਟੀਕਲ ਤਾਂ ਕਰਕੇ ਦਿਖਾਓ। ਤਾਂ ਉਹ ਫਿਰ ਮੈਨੂੰ ਕਹਿਣ ਲੱਗੇ ਕਿ ਸਰ ਅਸੀਂ ਤਾਂ ਕਦੇ ਪ੍ਰੈਕਟੀਕਲ ਕੀਤਾ ਹੀ ਨਹੀਂ, ਉਹ ਵੀ ਜੇ ਅਸੀਂ ਪ੍ਰੈਕਟੀਕਲ ਕੀਤਾ ਹੋਵੇ ਤਾਂ ਤੁਹਾਨੂੰ ਕਰਕੇ ਦਿਖਾਈਏ, ਤੇ ਪ੍ਰੈਕਟੀਕਲ ਹੀ ਨਹੀਂ ਕੀਤਾ ਕਦੇ। ਤੇ ਮੈਂ ਕਿਹਾ ਤੁਹਾਡੇ ਸਕੂਲ 'ਚ ਲੈਬ ਨਹੀਂ ਸੀ? ਲੈਬ ਸੀਗੀ ਜੀ,
ਪਰ ਕਦੇ ਅਪਰੇਟਸ ਹੀ ਨਹੀਂ ਦਿਖਾਇਆ ਗਿਆ ਸਾਨੂੰ। ਅੱਛਾ ਜੀ। ਚਲੋ ਮੈਂ ਕਿਹਾ ਕੋਈ ਗੱਲ ਨਹੀਂ, ਪਰ ਮੈਂ ਕਿਹਾ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਹਾਂ, ਮੈਂ ਤਾਂ ਤੁਹਾਨੂੰ ਪਹਿਲਾਂ ਹੁਣ ਪ੍ਰੈਕਟੀਕਲ ਕਰਵਾ ਦਿੰਦਾ, ਫਿਰ ਉਸ ਤੋਂ ਬਾਅਦ ਤੁਸੀਂ ਮੈਨੂੰ ਕਰਕੇ ਦਿਖਾ ਦਿਓ, ਤੇ ਫਿਰ ਆਪਾਂ ਉਹਦਾ ਜਿਹੜਾ ਹੈ ਤੁਹਾਡਾ ਰਿਜ਼ਲਟ ਜਿਹੜਾ ਹੈ ਨੰਬਰ ਲਗਾ ਦਾਂਗੇ ਤੁਹਾਡੇ ਪ੍ਰੈਕਟੀਕਲ 'ਚ। ਮੇਰੀ ਕੌਨਸ਼ੀਅਸ ਅਲਾਓ ਨਹੀਂ ਕਰਦੀ ਵੀ ਮੈਂ ਇਸ ਤਰ੍ਹਾਂ ਹੀ ਤੁਹਾਡੇ ਇਕੱਲੇ ਸਾਈਨ ਕਰਾਵਾਂ ਤੇ ਤੁਹਾਨੂੰ ਨੰਬਰ ਦੇ ਦਾਂ ਜੀ। ਤੇ ਉਹਨਾਂ ਨੂੰ ਥੋੜ੍ਹਾ ਜਿਹਾ ਅਜੀਬ ਜਿਹਾ ਤਾਂ ਲੱਗਿਆ। ਤਾਂ ਫਿਰ ਮੈਂ ਸਕੂਲ ਵਾਲਿਆਂ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਸਾਡੇ ਸਕੂਲ ਦੇ ਵਿੱਚ ਵੀ ਅਪਰੇਟਸ ਨਹੀਂ ਹੈਗਾ। ਅੱਛਾ ਜੀ। ਫਿਰ ਮੈਂ ਕਿਹਾ ਵੀ ਤੁਹਾਡੇ ਕੋਲ ਸਾਬਣ ਤਾਂ ਹੈਗਾ, ਅੱਛਾ ਜੀ। ਨਿੰਬੂ ਅਸੀਂ ਬਾਜ਼ਾਰੋਂ ਮੰਗਾ ਲੈਂਦੇ ਹਾਂ, ਅੱਛਾ ਨਿੰਬੂ ਲਿਆਂਦਾ, ਸਾਬਣ ਲਿਆਂਦਾ ਹੈ ਨਾ ਜੀ, ਲਿਟਮਸ ਪੇਪਰ ਮੇਰੇ ਕੋਲ ਸੀਗੇ, ਪਰ ਚਾਂਸ ਸੀ ਕੋਈ ਨਾ ਕੋਈ ਇਹ 2-4 ਚੀਜ਼ਾਂ ਸ਼ੁਰੂ ਤੋਂ ਆਦਤ ਹੈ। ਕਿਉਂਕਿ ਜਦੋਂ ਮੈਂ ਕਾਲਜ ਲਾਈਫ ਦੇ ਵਿੱਚ ਵੀ ਪੜ੍ਹਦਾ ਸੀ ਨਾ ਪ੍ਰਭਜੋਤ ਸਿੰਘ ਜੀ, ਮੈਂ ਦੱਸਣਾ ਚਾਹਾਂਗਾ ਕਿ ਮੈਂ ਆਪਣੇ 5 ਪੈਨ ਤਿਆਰ ਕਰਿਆ ਕਰਦਾ ਸੀ। ਅੱਛਾ ਜੀ। ਕਿਉਂਕਿ ਉਹ ਮੈਂ ਤੇ ਜਦੋਂ ਮੈਂ ਅਕੈਡਮਿਕਸ ਕਲਰ ਲਿਆ ਨਾ ਜੀ। ਤਾਂ ਉਸ ਦੇ ਵਿੱਚ ਮੈਨੂੰ ਇੰਨੀ ਕੁ ਮੋਟੀਵੇਸ਼ਨ ਮਿਲ ਗਈ ਵੀ ਹੁਣ ਕਲਾਸ ਦੇ ਵਿੱਚ ਸੈਕਿੰਡ ਨੰਬਰ ਤੇ ਨਹੀਂ ਆਉਣਾ, ਕਦੇ ਵੀ ਫਸਟ ਹੀ ਰਹਿਣਾ। ਵੈਰੀ ਗੁੱਡ। ਤਾਂ ਉਹ 5 ਪੈਨ ਮੈਂ ਪਹਿਲਾਂ ਉਹਨਾਂ ਨੂੰ ਜਿਵੇਂ ਕਹਿੰਦੇ ਨਾ ਆਪਾਂ ਪੰਜਾਬੀ ਦੇ ਵਿੱਚ ਰੈਲੇ ਕਰਕੇ ਰੱਖਣੇ, ਥੋੜੇ ਥੋੜੇ ਚਲਾ ਕੇ ਰੱਖਣੇ ਵੀ ਰੁਕ ਨਾ ਜਾਵੇ ਕੋਈ ਪੈਨ। ਜੀ। ਤਾਂ ਉਹ ਪੈਨ ਜਿਹੜੇ ਆ ਉਹ ਮੇਰੇ ਪਿੱਛੇ ਇੱਥੇ ਐਂ ਟੰਗੇ ਵੇ ਹੋਣੇ 5 ਦੇ 5 ਪੈਨ, ਜੀ। ਤੇ ਵੀ ਫੁੱਲੀ ਲੋਡਡ ਵੀ ਪੂਰਾ ਮਤਲਬ ਤਿਆਰ ਆ ਮੈਂ ਪੇਪਰ ਦੇਣ ਲਈ, ਹੈ ਨਾ ਜੀ। ਤਾਂ ਉਹ ਮਤਲਬ ਵੀ ਕਿਤੇ ਵੀ ਰੁਕੇ ਨਾ ਮੇਰਾ ਪੈਨ। ਤੇ ਉਹ ਫਿਰ ਇਹ ਚੀਜ਼ਾਂ ਦੇ ਨਾਲ ਅੱਗੇ ਵੱਧਦੇ 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 ਮਤਲਬ ਅਸੀਂ ਜਦ ਉੱਥੇ ਤੱਕ ਪਹੁੰਚਦੇ ਆ ਨਾ ਜੀ, ਤਾਂ ਫਿਰ ਸਾਨੂੰ ਸਮਝ ਆਉਂਦੀ ਹੈ ਵੀ ਅਸੀਂ ਕਿਸ ਤਰ੍ਹਾਂ ਦੇ ਨਾਲ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ। ਜੇ ਸਾਡੇ ਨਾਲ ਇਹ ਗੱਲਾਂ ਨਾ ਹੀ ਹੋਈਆਂ ਹੋਣ ਤਾਂ ਬੱਚਿਆਂ ਨੂੰ ਅਸੀਂ ਕਿਵੇਂ ਮੋਟੀਵੇਟ ਕਰਾਂਗੇ। ਤਾਂ ਉਦੋਂ ਬੱਚਿਆਂ ਨੂੰ ਮੈਂ ਮੋਟੀਵੇਟ ਕੀਤਾ ਨਾ ਵੀ ਮੇਰੇ ਕੋਲ ਇਹ ਚੀਜ਼ਾਂ ਹੈਗੀਆਂ, ਦੋ ਚਾਰ ਮੈਂ ਤੁਹਾਨੂੰ ਹੱਥੀਂ ਐਕਸਪੈਰੀਮੈਂਟ ਕਰਾਊਂਗਾ। ਤਾਂ ਉਹ ਥੋੜ੍ਹਾ ਜਿਹਾ ਟਿਕ ਗਏ। ਮੈਂ ਕਿਹਾ ਲੈ ਵੀ ਹੁਣ ਇਹ ਕਰਨਗੇ। ਫਿਰ ਉਹਨਾਂ ਨੂੰ ਜਦੋਂ ਟੈਸਟ ਕਰਾਇਆ ਐਸਿਡ ਬੇਸ ਹੈ ਨਾ ਜੀ, ਲਿਟਮਸ ਕਲਰ ਪੇਪਰ ਦਾ ਕਲਰ ਚੇਂਜ ਹੁੰਦਾ, ਉਹਨਾਂ ਨੇ ਮਤਲਬ ਇੰਟਰਸਟ ਲੈਣਾ ਸ਼ੁਰੂ ਕਰਤਾ। ਫਿਰ ਉਹਨਾਂ ਨੂੰ ਦੱਸਿਆ ਵੀ ਬਾਈ ਰਬਿੰਗ ਯੂਰ ਹੈਂਡਸ ਕੀ ਗਰਮ ਕਿਉਂ ਹੋਏ, ਇੱਦਾਂ ਦੀਆਂ ਜਨਰਲ ਗੱਲਾਂ। ਧਰਤੀ ਕਿਵੇਂ ਬਣੀ ਹੈ, ਧਰਤੀ ਦੇ ਵਿੱਚ ਹੈ ਕੀ, ਹੈ ਨਾ, ਤਾਂ ਤੁਸੀਂ ਕੋਈ ਚੀਜ਼ ਨੂੰ ਉੱਪਰ ਸਿੱਟਦੇ ਹੋ ਥੱਲੇ ਕਿਉਂ ਡਿੱਗਦੀ ਹੈ। ਮਤਲਬ ਇੱਦਾਂ ਜਨਰਲ ਜਿਹੇ ਐਕਸਪੈਰੀਮੈਂਟ ਮਤਲਬ ਉਹਨਾਂ ਨਾਲ ਮੈਂ ਘੰਟਾ ਕੁ ਲਗਾਇਆ। ਘੰਟਾ ਕੁ ਲਗਾ ਕੇ ਫਿਰ ਉਹਨਾਂ ਦਾ ਐਜ਼ ਵਾਈਵਾ, ਤੇ ਉਹਨਾਂ ਨੂੰ ਕਿਹਾ ਵੀ ਹੁਣ ਤੁਸੀਂ ਕਰਕੇ ਦਿਖਾਓ, ਲਿਟਮਸ ਪੇਪਰ ਖੁਦ ਚੱਕੋ, ਇਸ ਨੂੰ ਸੋਪ ਦੇ ਨਾਲ ਰਗੜੋ, ਕਿਹੜਾ ਹੁੰਦਾ ਕਿਹੜਾ ਨਹੀਂ ਹੁੰਦਾ, ਕਲਰ ਕਿਹਦਾ ਚੇਂਜ ਹੋਇਆ ਕਿਹਦਾ ਨਹੀਂ ਹੋਇਆ, ਉਹਨੂੰ ਨੋਟ ਕਰੋ ਕਾਪੀ ਤੇ। ਬਸ ਇੰਨਾ ਹੀ ਕੰਮ ਮੈਂ ਉਸ ਵੇਲੇ ਕਰ ਸਕਦਾ ਸੀ ਉਸ ਪ੍ਰੈਕਟੀਕਲ ਦੇ ਵਿੱਚ, ਕਿਉਂਕਿ ਹੋਰ ਵੱਡਾ ਅਪਰੇਟਸ ਹੈ ਨਹੀਂ ਸੀਗਾ। ਤਾਂ ਲੇਕਿਨ ਉਹ ਵੀ ਕਰਨ ਦੇ ਨਾਲ ਕੀ ਹੋਇਆ ਜੀ, ਜਦੋਂ 5 ਵਜੇ ਨਾ, ਤੇ ਫਿਰ ਮੈਂ ਕਿਹਾ ਜੀ ਹੁਣ ਤੁਹਾਡਾ ਸਮਾਂ ਹੋ ਗਿਆ, ਹੁਣ ਤੁਸੀਂ ਜਾ ਸਕਦੇ ਹੋ। ਤੇ ਸਾਰਾ ਕੰਪਲੀਟ ਹੋ ਗਿਆ, ਤੇ ਬੜੇ ਖੁਸ਼ ਉਹਨਾਂ ਦੇ ਚਿਹਰੇ ਦੇਖ ਕੇ ਬੜਾ ਮਜ਼ਾ ਆ ਰਿਹਾ ਸੀ। ਤਾਂ ਪਰ ਉਹ ਕੀ ਕਹਿ ਰਹੇ ਸੀਗੇ, ਸਰ ਥੋੜ੍ਹਾ ਜਿਹਾ ਹੋਰ ਕਰਾ ਦਿਓ। 5:30 ਵਜੇ ਮਤਲਬ ਫਿਰ ਅਸੀਂ ਉਸ ਪ੍ਰੈਕਟੀਕਲ, ਲੇਕਿਨ ਉਹ ਪ੍ਰੈਕਟੀਕਲ ਮੈਨੂੰ ਇੰਨੀ ਕੁ ਸੇਧ ਦੇ ਗਿਆ ਕਿ ਉਸ ਦੇ ਨਾਲ ਅਸੀਂ ਮੇਰੇ ਦਿਮਾਗ ਦੇ ਵਿੱਚ ਘਰ ਜਾ ਕੇ ਇਹ ਆਇਆ ਵੀ ਕਿਉਂ ਨਾ ਇਹ ਪ੍ਰੈਕਟੀਕਲੀ ਕਰਾਇਆ ਜਾਣ ਚੀਜ਼ਾਂ। ਫਿਰ ਟੀਚਰਸ ਟ੍ਰੇਨਿੰਗ ਦਾ ਪ੍ਰੋਗਰਾਮ ਆਇਆ ਇੱਕ, ਉਸ ਦੇ ਵਿੱਚ ਮੈਨੂੰ ਐਜ਼ ਏ ਰਿਸੋਰਸ ਪਰਸਨ ਮਤਲਬ ਵੀ ਰੱਖਿਆ ਗਿਆ ਕਿ ਤੁਸੀਂ ਇਹਨਾਂ ਟੀਚਰਸ ਨੂੰ ਟ੍ਰੇਨਿੰਗ ਦੇਣੀ ਹੈ। ਸਾਇੰਸ ਟੀਚਰਸ ਸੀਗੇ। ਤੇ ਜਦੋਂ ਮੈਂ ਉਹਨਾਂ ਦੇ ਕੋਲ ਗਿਆ ਨਾ ਜੀ, ਉਹ ਮੈਂ ਆਪਣਾ ਇੱਕ ਬਾਕਸ ਤਿਆਰ ਕਰ ਲਿਆ, ਪਲਾਸਟਿਕ ਦਾ ਡੱਬਾ ਬਣਾ ਲਿਆ, ਉਸ ਦੇ ਵਿੱਚ ਮੈਂ 8-10 ਚੀਜ਼ਾਂ ਰੱਖ ਲਈਆਂ। ਤੇ ਉਸ ਦਿਨ ਜਾ ਕੇ ਮੈਂ ਉਹਨਾਂ ਨੂੰ ਕੋਈ ਲੈਕਚਰ ਨਹੀਂ ਦਿੱਤਾ ਸੀਗਾ, ਸਿਰਫ ਉਹ ਐਕਸਪੈਰੀਮੈਂਟਸ ਕਰਾਏ ਸੀ। ਜਦੋਂ ਐਕਸਪੈਰੀਮੈਂਟਸ ਕਰਾਏ ਤੇ ਉਸ ਤੋਂ ਬਾਅਦ ਦੀ ਜਿਹੜੀ ਫੀਡਬੈਕ ਸੀ ਨਾ, ਤੇ ਟੀਚਰਸ ਕਹਿ ਰਹੇ ਸੀਗੇ ਕਿ ਸਰ ਅੱਜ ਮਜ਼ਾ ਆ ਗਿਆ, ਵੀ ਬਸ ਹੁਣ ਲੈਕਚਰ ਸੁਣ ਕੇ ਤਾਂ ਬਹੁਤ ਕੁਝ ਹੋ ਚੁੱਕਿਆ, ਲੇਕਿਨ ਆਹ ਚੀਜ਼ਾਂ ਸਾਨੂੰ ਕਰਾਇਆ ਕਰੋ। ਕਿਉਂਕਿ ਉਹ ਜਿਹੜਾ ਟਾਈਮ ਸੀਗਾ, ਉਸ ਟਾਈਮ ਦੇ ਵਿੱਚ ਨਾ ਤਾਂ ਕੋਈ ਇੱਦਾਂ ਦੀਆਂ ਮਤਲਬ ਵੀ ਫੁੱਲੀ ਇਕਵਿਪ ਲੈਬ ਸੀਗੀਆਂ ਸਾਡੇ ਕੋਲ, ਸਪੈਸ਼ਲੀ ਗਵਰਨਮੈਂਟ ਸਕੂਲਸ ਦੇ ਵਿੱਚ, ਤੇ ਨਾ ਹੀ ਉਸ ਵੇਲੇ ਕੋਈ ਇੱਦਾਂ ਦਾ ਸਿਸਟਮ ਸੀਗਾ ਕਿ ਉਹ ਪ੍ਰੈਕਟੀਕਲ ਇਸ ਤਰ੍ਹਾਂ ਕਰਵਾਏ ਜਾਂਦੇ ਹੋ। ਤੇ ਜਦੋਂ ਟੀਚਰਸ ਨੇ ਕੀਤੇ ਤੇ ਉਹਨਾਂ ਨੇ ਵਾਕਈ ਮਤਲਬ ਵੀ ਦਿਲੋਂ ਇੰਜੋਏ ਕੀਤਾ। ਤੇ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਇਹਦਾ ਮਤਲਬ ਵੀ ਇਸ ਚੀਜ਼ ਦੀ ਫੀਲਡ ਦੇ ਵਿੱਚ ਲੋੜ ਹੈ, ਵੀ ਇਸ ਨੂੰ ਹੋਰ ਅੱਗੇ ਵਧਾਇਆ ਜਾਵੇ। ਤਾਂ ਬੈਠੇ ਬੈਠੇ ਮੇਰੇ ਦਿਮਾਗ ਦੇ ਵਿੱਚ ਖਿਆਲ ਆ ਜਾਂਦਾ ਕਿ ਕਿਉਂ ਨਾ ਮੈਂ ਇਸ ਨੂੰ ਇੱਕ ਬੈਗ ਦੇ ਵਿੱਚ ਪਾਲਾਂ ਸਮਾਨ ਨੂੰ। ਵੀ ਘੰਟਾ ਕੁ ਲੱਗਦਾ ਤੇ 2-2 ਘੰਟੇ ਲਾ ਲਿਆ ਕਰੀਏ ਇਸ ਕੰਮ ਤੇ, ਵੀ ਹੋਰ ਪ੍ਰੈਕਟੀਕਲ। ਤਾਂ ਉਹ 20-25 ਪ੍ਰੈਕਟੀਕਲਾਂ ਦਾ ਸਮਾਨ ਮੈਂ ਇਕੱਠਾ ਕਰ ਲਿਆ। ਤੇ ਉਹ ਕਰਦੇ ਕਰਦੇ ਮਤਲਬ ਫਿਰ ਅਸੀਂ ਕੀ ਕੀਤਾ ਵੀ ਉਹ ਜਦੋਂ ਸਾਡੇ ਕੋਲ ਸਮਾਨ ਸਾਰਾ ਇਕੱਠਾ ਹੋ ਗਿਆ, ਤੇ ਮੈਂ ਕਿਹਾ ਵੀ ਇਹ ਹੁਣ ਸਕੂਲ ਤੋਂ ਸਕੂਲ ਲੈ ਕੇ ਜਾਣਾ ਹੈ, ਤਾਂ ਕਿਉਂ ਨਾ ਇਹਨੂੰ ਕਾਰ ਦੀ ਡਿੱਗੀ 'ਚ ਰੱਖ ਲਿਆ ਜਾਵੇ। ਤੇ ਕਾਰ ਦੀ ਡਿੱਗੀ 'ਚ ਰੱਖਦੇ ਹੀ ਉਹ ਇੱਕ ਮੇਰਾ ਸਾਥੀ ਸੀਗਾ ਉੱਥੇ, ਆਪਣਾ ਪੱਤਰਕਾਰ ਸੀਗਾ ਰਣਧੀਰ ਰਾਣਾ, ਉਹ ਕਿਤੇ ਸਾਇੰਸ ਫੇਅਰ ਤੇ ਆਇਆ ਸੀ। ਤੇ ਮੇਰੇ DSS ਸੀਗੇ ਉੱਥੇ ਡਾਕਟਰ ਪ੍ਰਭ ਸਿਮਰਨ ਕੌਰ ਜੀ। ਤੇ ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਮੈਡਮ ਮੈਂ ਚਾਹੁੰਦਾ ਵੀ ਮੈਂ ਇੱਕ ਨਾ ਕੰਸੈਪਟ ਮੇਰੇ ਦਿਮਾਗ ਦੇ ਵਿੱਚ ਆਇਆ, ਤੇ ਇੱਥੇ ਸਾਇੰਸ ਫੇਅਰ ਲੱਗਿਆ ਹੋਇਆ, ਕਿ ਕਿਉਂ ਨਾ ਮੈਂ ਆਪਣੀ ਲੈਬ ਇੱਥੇ ਮਤਲਬ ਵੀ ਡੈਮੋਨਸਟ੍ਰੇਟ ਕਰਦਾ ਉਸ ਨੂੰ, ਕਿ ਮੈਂ ਆਪਣੀ ਕਾਰ ਦੇ ਵਿੱਚ ਲੈਬ ਬਣਾ ਲਈ। ਉਹ ਕਹਿੰਦੇ ਇਹ ਤੇਰੇ ਦਿਮਾਗ 'ਚ ਕਿਵੇਂ ਆਇਆ?
ਅੱਛਾ ਜੀ। ਤਾਂ ਮੈਂ ਕਿਹਾ ਅਸੀਂ ਉੱਥੇ ਨਾ ਜੀ ਇਸ ਤਰ੍ਹਾਂ ਹੀ ਮੈਂ ਇੱਕ ਚਾਦਰ ਵਿਛਾਈ ਤੇ ਉਹਦੇ ਉੱਤੇ ਸਮਾਨ ਰੱਖ ਕੇ, ਤੇ ਉਹ ਪਹਿਲੀ ਫੋਟੋ ਮੈਨੂੰ ਹੁਣ ਵੀ ਯਾਦ ਹੈ ਰਾਣਾ ਜੀ ਦੀ, ਕਿ ਉਹ ਕਹਿੰਦੇ ਇਹ ਕਾਰ ਹੈ ਜਾਂ ਸਾਇੰਸ ਲੈਬ। ਅੱਛਾ ਜੀ। ਅੱਛਾ ਜੀ। ਤਾਂ ਮਤਲਬ ਉੱਥੋਂ ਮੋਟੀਵੇਸ਼ਨ ਮਿਲੀ, ਉੱਥੋਂ ਜਦੋਂ ਲੋਕਾਂ ਨੇ ਖਬਰ ਪੜ੍ਹੀ ਤਾਂ ਮੈਨੂੰ ਸੁਨੇਹੇ ਆਉਣ ਲੱਗੇ ਵੀ ਤੁਸੀਂ ਸਰ ਸਾਡੇ ਸਕੂਲ ਆਓ, ਤੁਸੀਂ ਸਰ ਸਾਡੇ ਸਕੂਲ ਆਓ। ਤਾਂ 18 ਜਿਹੜੇ ਹੈਗੇ ਆ ਇਹ ਸਕੂਲਾਂ ਦੀ ਮੇਰੇ ਕੋਲ ਡਿਮਾਂਡ ਆ ਗਈ, ਅੱਛਾ ਤੇ ਉਹ ਜੀ। ਫਿਰ ਡੀਓ ਸਾਹਿਬ ਨੇ ਇਹਨੂੰ ਪਰਮਿਟ ਕੀਤਾ ਵੀ ਤੁਸੀਂ 1 ਘੰਟਾ ਲਗਾਇਓ ਉਸ ਸਕੂਲ 'ਚ ਜਾ ਕੇ, ਹੈ ਨਾ, ਤੇ ਉਹਨਾਂ ਨੂੰ ਦੱਸ ਕੇ ਆਓ ਆਪਣਾ ਕਨਸੈਪਟ। ਮਤਲਬ ਇਹ ਅੱਛਾ ਜੀ। ਪਾਪੂਲਰ ਹੁੰਦਾ ਸ਼ੁਰੂ ਹੋ ਗਿਆ। ਤੇ ਜੀ। ਜਦੋਂ ਮੇਰੀਆਂ 50 ਐਗਜ਼ੀਬਿਸ਼ਨਸ ਇੱਦਾਂ ਦੀਆਂ ਹੋਈਆਂ, ਤਾਂ ਮੇਰਾ ਇੱਕ ਫਰੈਂਡ ਹੈ ਜੀ, ਉਸਨੇ ਆ ਕੇ ਮੈਨੂੰ ਦੱਸਿਆ ਕਿ ਟ੍ਰਿਬਿਊਨ ਦੇ ਵਿੱਚ ਇੱਕ ਐਡਵਰਟਾਈਜ਼ਮੈਂਟ ਆਈ ਹੈ ਗਵਰਨਮੈਂਟ ਆਫ ਇੰਡੀਆ ਦੀ, ਮਿਨਿਸਟਰੀ ਆਫ ਸਾਇੰਸ ਐਂਡ ਟੈਕਨੋਲੋਜੀ ਤੋਂ, ਕਿ ਕਿਸੇ ਨੇ ਕੁਝ ਨਵੇਕਲਾ ਕੰਮ ਕੀਤਾ ਹੋਵੇ। ਅੱਛਾ ਤਾਂ ਜੀ। ਉਹ ਮੈਨੂੰ ਕਹਿਣ ਲੱਗਿਆ, ਮੇਰਾ ਦੋਸਤ ਕਹਿੰਦਾ ਮੈਨੂੰ ਐ ਲੱਗਦਾ ਵੀ ਤੇਰਾ ਕੰਮ ਨਵਾਂ ਹੈ, ਜੀ। ਵੀ ਤੂੰ ਲਿਖ ਕੇ ਭੇਜ ਦੇ। ਬਿਲਕੁਲ। ਮੈਂ ਕਿਹਾ ਨਹੀਂ, ਆਪਾਂ ਤਾਂ ਹਲੇ ਸ਼ੁਰੂ ਕੀਤਾ ਹੈ ਜੀ। ਵੀ, ਹੈ ਨਾ ਜੀ, ਨਵੰਬਰ 'ਚ ਸ਼ੁਰੂ ਕੀਤਾ ਹੈ। ਕਿਹੜਾ ਤੇ ਸਾਲ ਕਿਹੜਾ ਸੀਗਾ ਜੀ? ਨਵੰਬਰ 2012 ਜੀ। 2012 ਸ਼ੁਰੂ 2012 ਕੀਤਾ 1 ਹੈ ਨਵੰਬਰ ਜੀ। ਮੈਂ ਪੰਜਾਬ ਡੇ ਚੁਣਿਆ ਸੀ ਇਸ ਦੇ ਲਈ, ਅੱਛਾ ਜੀ। ਕਿ 1 ਨਵੰਬਰ 2012 ਨੂੰ ਇਹ ਸ਼ੁਰੂ ਕੀਤਾ। ਠੀਕ ਹੈ ਜੀ। ਤਾਂ ਜਨਵਰੀ ਦੇ ਵਿੱਚ ਅਸੀਂ ਉਹ ਭੇਜ ਦਿੰਨੇ ਆ ਲਿਖ ਕੇ ਅੱਛਾ ਜੀ। ਗਵਰਨਮੈਂਟ ਆਫ ਇੰਡੀਆ ਨੂੰ। ਮੈਂ ਇੱਕ A4 ਦੇ ਪੇਜ ਦੇ ਉੱਤੇ ਲਿਖਦਾ ਵੀ ਮੈਂ ਇਹ ਕੰਮ ਕਰ ਰਿਹਾ। ਅੱਛਾ ਜੀ। ਤੇ ਉੱਥੇ ਜਦੋਂ ਫਰਵਰੀ ਦੇ ਵਿੱਚ ਮੇਰੇ ਕੋਲ ਸੁਨੇਹਾ ਆ ਜਾਂਦਾ ਜੀ। ਸ਼੍ਰੀ ABP ਮਿਸ਼ਰਾ ਜੀ, ਉੱਥੋਂ ਦੇ ਸੀਨੀਅਰ ਜਿਹੜੇ ਸੀਗੇ ਸਾਇੰਟਿਸਟ, ਤੇ अरे सरदार जी आपको कांग्रेचुलेशंस, मैं रस्ते 'ਚ ही जा रहा हूँ ना किधरे, अच्छा तो जी। आपका तो वो प्रोजेक्ट ही बहुत ढंग का है, और क्या बात है, कैसे किया आपने, जी। ये हम पूछना चाहेंगे, और आपको नेशनल साइंस डे के ऊपर हम प्रोत्साहित करना चाहते हैं। जी। मैं कहा ठीक है सर, कोई गल नहीं। मैनू बड़ी खुशी हुई, मतलब ਮੇਰਾ ਉਹ ਅਵਾਰਡ ਐਡਾ ਵੱਡਾ ਸੀਗਾ, ਤੇ ਉਸ ਦੇ ਵਿੱਚ ਸੀਗਾ 1 ਲੱਖ ਰੁਪਏ ਕੈਸ਼ ਪ੍ਰਾਈਜ਼। ਅੱਛਾ ਜੀ। ਤੇ ਉਹ ਜਦੋਂ ਸਾਇੰਟਿਸਟਾਂ ਨਾਲ ਮਿਲਣਾ ਸੀ, ਫਿਰ ਮੈਂ ਉਹਨਾਂ ਨੂੰ ਜਾ ਕੇ, ਜਦੋਂ ਉੱਥੇ ਜਾ ਕੇ 28 ਫਰਵਰੀ 2013 ਦੀ ਗੱਲ ਸੁਣਾ ਰਿਹਾ ਤੁਹਾਨੂੰ, ਜੀ। ਤੇ ਜਦੋਂ ਮੈਂ ਉੱਥੇ ਜਾਣਾ ਨੈਸ਼ਨਲ ਸਾਇੰਸ ਡੇ, ਮੇਰੀ ਫੈਮਿਲੀ, ਮੇਰੇ ਪੇਰੈਂਟਸ ਤੇ ਬੱਚੇ ਸਾਰੇ ਅਸੀਂ ਗਏ, ਤੇ ਉੱਥੇ ਜਾ ਕੇ ਜਦੋਂ ਅਸੀਂ ਦੇਖਿਆ ਨਾ ਜੀ, ਤੇ ਮੈਂ ਕੁਐਸਚਨ ਕੀਤਾ ਮਿਸ਼ਰਾ ਜੀ ਨੂੰ। ਮੈਂ ਕਿਹਾ ਸਰ क्या बात, 5-4 एप्लीकेशंस आई थी क्या? सरदार जी क्या बात करते हो, 220 एप्लीकेशंस थी, लेकिन 10 बार इसकी स्क्रूटनी हुई है। और जब भी बैठते थे हम लोग, बैठते थे तो आपके वाला ही सबसे ऊपर आता था, हम क्या कर सकते थे। अच्छा जी। तो मतलब मेरे दिमाग ਦੇ ਵਿੱਚ ਇਹ ਸੀ MD ਸਾਹਿਬ ਕਿ ਇਮਾਨਦਾਰੀ ਜ਼ਿੰਦਾ ਵੀ ਇੱਕ ਬੰਦਾ ਜਿਸ ਨੂੰ ਕੋਈ ਜਾਣਦਾ ਨਹੀਂ, ਪਹਿਚਾਣਦਾ ਨਹੀਂ, ਪੰਜਾਬ ਦੇ ਇੱਕ ਕੋਨੇ 'ਚ ਬੈਠਾ ਹੈ, ਤੇ ਉਹ ਸਾਇੰਟਿਸਟ, ਕਿੱਡੇ ਵੱਡੇ ਸਾਇੰਟਿਸਟ, ਤੇ ਉਹਨਾਂ ਨੇ ਇੱਕ ਪੇਜ ਤੇ ਲਿਖੇ ਹੋਏ ਨੂੰ ਕੰਸੀਡਰ ਕਰ ਲਿਆ, ਤਾਂ ਇਹਦਾ ਮਤਲਬ ਇਮਾਨਦਾਰੀ ਜ਼ਿੰਦਾ। ਬਿਲਕੁਲ। ਮੇਰੀ ਕੋਈ ਅਪਰੋਚ ਨਹੀਂ ਸੀ, ਮੈਂ ਕਿਸੇ ਨੂੰ ਮਿਲਦਾ ਨਹੀਂ ਸੀ, ਕਿਸੇ ਨੂੰ ਜਾਣਦਾ ਨਹੀਂ ਸੀ, ਪਰ ਉਹ 1 ਲੱਖ ਰੁਪਏ ਦਾ ਕੈਸ਼ ਪ੍ਰਾਈਜ਼ ਮੈਨੂੰ ਐ ਫੜਾ ਰਹੇ ਸੀਗੇ। ਤਾਂ ਮਤਲਬ ਉਹ ਖੁਸ਼ੀ ਦੀ ਕੋਈ ਹੱਦ ਨਹੀਂ ਸੀ, ਤੇ ਉਹ ਐਸੀ ਮੋਟੀਵੇਸ਼ਨ ਸੀ ਜਿਸ ਨੇ ਮੈਨੂੰ ਐਸਾ ਮੋਟੀਵੇਟ ਕੀਤਾ ਕਿ ਫਿਰ ਤਾਂ ਸਟੇਟਸ ਦੀਆਂ ਲਾਈਨਾਂ ਲੱਗੀਆਂ। ਤੇ ਅੱਜ ਮੈਂ ਹੁਣ 11 ਸਟੇਟਸ ਦੇ ਵਿੱਚ ਲਗਭਗ 8 ਲੱਖ ਲੋਕਾਂ ਨੂੰ ਇਸ ਦੇ ਨਾਲ ਮਿਲ ਚੁੱਕਿਆ ਆਪਣੀ ਲੈਬ ਦੇ ਨਾਲ, ਤੇ 1193 ਵਾਰੀ ਜਿਹੜੀ ਹੈ ਇਹੀ ਕਾਰ ਬਾਰੇ ਡਿਸਪਲੇ ਕਰਕੇ ਉਹਨਾਂ ਨੂੰ ਮੈਂ ਆਪਣੀਆਂ ਡੈਮੋਨਸਟ੍ਰੇਸ਼ਨਸ ਦੇ ਚੁੱਕਿਆ। ਬਹੁਤ ਵਧੀਆ ਜੀ, ਬਹੁਤ ਵਧੀਆ। ਤੁਹਾਡੀ ਇਨਵੈਸਟਮੈਂਟ ਹੁਣ ਤੱਕ ਕਿੰਨੀ ਰਹੀ ਹੈ? ਮੈਂ ਜਿੱਥੇ ਪੜ੍ਹਿਆ ਸੀ ਨਿਊਜ਼ਪੇਪਰ ਤੇ, ਜਦੋਂ ਮੈਂ ਤਿਆਰੀ ਕਰ ਰਿਹਾ ਸੀ ਆਪਣੀ ਇੰਟਰਵਿਊ ਵਾਸਤੇ, 10,000 ਦੀ ਮੈਂ ਫਿਗਰ ਪੜ੍ਹੀ ਸੀ। ਬਿਲਕੁਲ ਬਿਲਕੁਲ ਉਹੀ 10,000, ਜਿਵੇਂ ਆਪਾਂ ਸੁਣਦੇ ਹਾਂ ਨਾ ਪ੍ਰਭਜੋਤ ਸਿੰਘ ਜੀ ਆਪਣੇ ਸਿੱਖੀ ਦੇ ਵਿੱਚ, ਕਿ ਬਾਬਾ ਨਾਨਕ ਜੀ ਨੂੰ 20 ਰੁਪਏ ਦਿੱਤੇ ਸੀ ਉਹਨਾਂ ਦੇ ਪਿਤਾ ਜੀ ਨੇ, ਤੇ ਉਹ 20 ਰੁਪਏ ਹਾਲ ਤੱਕ ਨਹੀਂ ਮੁੱਕੇ ਹੈਗੇ। ਤਾਂ ਮੈਂ ਤਾਂ ਸਾਡੇ ਗੁਰੂਆਂ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਮਤਲਬ ਅਨੁਯਾਈ ਬਣਨ ਦਾ ਕੋਸ਼ਿਸ਼ ਕਰਦਾ, ਕਿ ਉਹ 10,000 ਰੁਪਏ ਜਿਹੜਾ ਮੈਂ ਪਹਿਲੀ ਵਾਰੀ ਲਗਾਇਆ ਸੀ ਨਾ ਜੀ, ਉਹੀ 10,000 ਰੁਪਏ ਦਾ ਸਮਾਨ ਅੱਜ ਵੀ ਮੇਰੇ ਕੋਲ ਉਹੀ ਪਿਆ ਜੀ। ਹਾਂ, ਕਿਤੇ ਨਾ ਕਿਤੇ ਕੋਈ ਚੀਜ਼ ਖਰਾਬ ਹੋ ਜਾਂਦੀ ਹੈ, ਉਸ ਨੂੰ ਮੈਂ ਰਿਪੇਅਰ ਕਰ ਲੈਂਦਾ, ਠੀਕ ਕਰ ਲੈਂਦਾ। ਜੇ ਕੋਈ ਰਿਪੇਅਰੇਬਲ ਨਹੀਂ ਹੈ ਤਾਂ ਉਹ ਬਾਜ਼ਾਰੋਂ ਨਵੀਂ ਵੀ ਮਿਲ ਜਾਂਦੀ ਹੈ। ਤਾਂ ਤੁਸੀਂ ਇਹ ਦੇਖੋ ਵੀ ਉਹ 10,000 ਰੁਪਏ ਲਾਇਆ ਹੋਇਆ, ਅੱਜ 10 ਸਾਲ ਹੋ ਚੁੱਕੇ ਆ ਇਸ ਚੀਜ਼ ਨੂੰ, ਤੇ ਮੈਨੂੰ ਮੁੜ ਕੇ ਕੋਈ ਇਨਵੈਸਟਮੈਂਟ ਕਰਨ ਦੀ ਲੋੜ ਨਹੀਂ ਪਈ ਹੈ, ਤਾਂ ਉਹ ਹੀ ਚੱਲੀ ਜਾ ਰਿਹਾ ਜੀ। ਤਾਂ ਮਤਲਬ ਕੀ ਹੈ ਕਿ ਇਸ ਨੂੰ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਨਾ। ਹਰ ਮੇਰੀ ਡੈਮੋਨਸਟ੍ਰੇਸ਼ਨ ਦੇ ਬਾਅਦ ਮੈਨੂੰ ਘਰ ਦੇ ਵਿੱਚ ਜਾ ਕੇ ਫਿਰ ਦੁਬਾਰਾ ਤੋਂ ਇਸ ਨੂੰ ਸਾਰੇ ਨੂੰ ਚੈੱਕ ਕਰਨਾ ਪੈਂਦਾ, ਕਿ ਕਿਤੇ ਮੈਂ ਜਦੋਂ ਇਸ ਨੂੰ ਸ਼ੋਅ ਕਰ ਰਿਹਾ ਹੋਊਗਾ, ਕਿਉਂਕਿ ਸਾਰੇ ਵਰਕਿੰਗ ਮਾਡਲਸ ਹੈ, ਜਦੋਂ ਇਹਨਾਂ ਨੂੰ ਸ਼ੋਅ ਕਰ ਰਿਹਾ ਹੋਊਗਾ ਵੀ ਉੱਥੇ ਵਰਕ ਕਰਨ ਨੂੰ ਕੋਈ ਰਹਿ ਨਾ ਜਾਵੇ, ਕਿਉਂਕਿ ਪ੍ਰੈਕਟੀਕਲ ਦੀਆਂ ਕੰਡੀਸ਼ਨਸ ਫੁੱਲਫਿਲ ਹੋਣ ਤਾਂ ਪ੍ਰੈਕਟੀਕਲ ਪੋਸੀਬਲ ਹੁੰਦਾ ਨਾ। ਤਾਂ ਇਸ ਕਰਕੇ ਉਹ ਇੰਨਾ ਜ਼ਰੂਰ ਮਿਹਨਤ ਕਰਨੀ ਪੈਂਦੀ ਹੈ ਉਹਦੇ ਤੇ ਫਿਰ ਇਹ ਨਾਲ ਇਹ ਵੀ ਸੋਚਣਾ ਪੈਂਦਾ ਕਿ ਪਹਿਲਾਂ ਸਾਡੇ ਕੋਲ 43 ਸੀਗੇ, ਫਿਰ 82 ਹੋ ਗਏ, ਤੇ ਫਿਰ 100 ਪਲੱਸ ਹੋ ਗਏ, ਤੇ ਅੱਜ 150 ਹੋ ਗਏ ਹੋਏ ਐਕਸਪੈਰੀਮੈਂਟ ਤੁਸੀਂ ਕਰਵਾ ਸਕਦੇ ਹੋ। ਉਹ ਜੁੜਦੇ ਰਹੇ, ਉਹ ਜੁੜਦੇ ਕਿਵੇਂ ਰਹੇ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਕਿ ਉਹ ਜਿਹੜੇ ਜਦੋਂ ਮੈਂ ਬੱਚਿਆਂ ਨੂੰ ਕਰਾਉਣਾ ਜਾਂ ਟੀਚਰਸ ਨੂੰ ਕਰਾਉਣਾ ਨਾ, ਤਾਂ ਉਸ ਵਕਤ ਉਹ ਲਿੰਕ ਬਣਦਾ। ਉਹ ਕੋਈ ਕੁਐਸਚਨ ਕਰਦੇ ਆ, ਉਹ ਕੁਐਸਚਨ ਦੇ ਵਿੱਚੋਂ ਫਿਰ ਮਤਲਬ ਵੀ ਕੋਈ ਨਾ ਕੋਈ ਐਸੀ ਗੱਲ ਨਵੀਂ ਨਿਕਲ ਕੇ ਆ ਜਾਂਦੀ ਹੈ। ਆਪਾਂ ਡਿਸਕਸ ਕਰ ਰਹੇ ਸੀਗੇ ਆਪਣਾ ਲੈਬ ਔਨ ਵੀਲਸ ਦਾ ਪ੍ਰੋਜੈਕਟ, ਤੁਸੀਂ ਕਿਸ ਤਰ੍ਹਾਂ ਸ਼ੁਰੂ ਕੀਤਾ, ਤੁਸੀਂ ਹੁਣ ਤੱਕ ਕਿੰਨੀ ਡੈਮੋਨਸਟ੍ਰੇਸ਼ਨ ਦੇ ਚੁੱਕੇ ਹੋ। ਇਸ ਤੋਂ ਇਲਾਵਾ ਮੈਂ ਤੁਹਾਡੀ ਵੀਡੀਓਜ਼ ਦੇ ਵਿੱਚ ਦੇਖਿਆ
ਤੁਹਾਡੇ YouTube ਚੈਨਲ ਤੇ ਤੁਸੀਂ ਮੈਥਮੈਟਿਕਸ ਨੂੰ ਵੀ ਬੜੇ ਅੱਛੇ ਤਰੀਕੇ ਨਾਲ, ਬੜਾ ਈਜ਼ੀ ਮੈਥਡ ਨਾਲ ਤੁਸੀਂ ਟੇਬਲਸ ਕਰਾਉਂਦੇ ਹੋ ਜਾਂ ਹੋਰ ਮੈਥਮੈਟੀਕਲ ਫਾਰਮੂਲਾਸ ਕਰਾਉਂਦੇ ਹੋ। ਵੈਦਿਕ ਮੈਥਮੈਟਿਕਸ ਹੈ ਜਾਂ ਇਹ ਕੀ ਹੈ ਜਿਹੜਾ ਤੁਸੀਂ ਕਰਦੇ ਹੋ, ਕਿਸ ਤਰ੍ਹਾਂ, ਮਤਲਬ ਬੜਾ ਪੋਪੂਲਰ ਹੈ ਬੱਚਿਆਂ ਵਿੱਚ, ਮੈਂ ਦੇਖਦਾ ਬੜੇ ਟੇਬਲਸ ਜਿੱਦਾਂ ਤੁਸੀਂ ਕਰਾਉਂਦੇ ਹੋ, ਡਿਫੀਕਲਟ ਤੋਂ ਡਿਫੀਕਲਟ ਟੇਬਲ, ਚਾਹੇ ਉਹ 3 ਡਿਜਿਟ ਦਾ ਹੈ, 4 ਡਿਜਿਟ ਦਾ ਹੈ, ਤੁਸੀਂ ਬੜੇ ਆਰਾਮ ਨਾਲ ਉਹਨਾਂ ਨੂੰ ਸਮਝਾ ਦਿੰਦੇ ਹੋ। ਇਹਦੇ ਬਾਰੇ ਸਾਨੂੰ ਦੱਸੋ, ਮੈਥਮੈਟਿਕਸ ਦੇ ਬਾਰੇ ਤੁਸੀਂ ਸਾਨੂੰ ਦੱਸੋ। ਜੀ, ਮੈਂ ਇੱਥੇ ਐਮਡੀ ਸਾਹਿਬ ਜਿੱਥੇ ਤੁਹਾਨੂੰ ਦੱਸਣਾ ਚਾਹਾਂਗਾ, ਉੱਥੇ ਸਾਡੇ ਸਾਰੇ ਦਰਸ਼ਕਾਂ ਨੂੰ ਵੀ ਮੈਂ ਦੱਸਣਾ ਚਾਹਾਂਗਾ ਕਿ ਇਹ ਮੈਥਮੈਟਿਕਸ ਹੈ ਜਿਹੜਾ, ਇਹ ਇੱਕ ਜਿਸ ਤਰ੍ਹਾਂ ਕਿਹਾ ਜਾਂਦਾ ਨਾ ਵੀ ਪ੍ਰੈਕਟਿਸ ਕਰੋ, ਪ੍ਰੈਕਟਿਸ ਕਰੋ। ਜੀ ਇਹ ਲਿਖਣ ਦੇ ਨਾਲ ਹੀ ਆਉਣਾ ਜੀ ਕਿ ਜਿੰਦਾ ਲਿਖੀ ਜਾਵਾਂਗੇ ਅਸੀਂ। ਹੁਣ ਜਿਸ ਤਰ੍ਹਾਂ ਮੈਂ ਲਿਖੀ ਜਾਂਦਾ, ਸਮਝਾਈ ਜਾਂਦਾ, ਜੀ ਤੇ ਉਸ ਤਰ੍ਹਾਂ ਦੇ ਨਾਲ ਇਹ ਡਿਵੈਲਪਮੈਂਟਸ ਆਈ ਜਾਂਦੀਆਂ। ਜੀ ਨਾ ਤਾਂ ਮੈਂ ਅੱਜ ਤੱਕ ਕੋਈ ਵੈਦਿਕ ਮੈਥਮੈਟਿਕਸ ਦੀ ਬੁੱਕ ਪੜ੍ਹੀ ਹੈ, ਜੀ ਨਾ ਮੈਂ ਕੋਈ ਮਤਲਬ ਵੀ ਚਾਈਨੀਜ਼ ਜਾਂ ਜੈਪਨੀਜ਼ ਪੜ੍ਹੀਆਂ, ਲੇਕਿਨ ਜਦੋਂ ਇਹਨਾਂ ਮੈਥਡਸ ਨੂੰ ਮੈਂ ਦੇਖਦਾ, ਕਰਕੇ ਦੇਖਦਾ ਵੀ ਇਹ ਮੈਥਡ ਇਸ ਤਰ੍ਹਾਂ ਦਾ ਸੀਗਾ। ਇੱਕ ਕਿਤੇ ਮੈਂ ਦੇਖਿਆ ਵੀ ਡਾਇਗਨਲ ਮੈਥਡ ਇੱਕ ਬੁੱਕ ਦੇ ਵਿੱਚ ਪਬਲਿਸ਼ ਹੋਇਆ ਸੀਗਾ, ਜੀ ਤਾਂ ਉਹ ਮੈਨੂੰ ਬੜਾ ਅੱਛਾ ਲੱਗਿਆ। ਤਾਂ ਉਸ ਤੋਂ ਫਿਰ ਮੈਂ ਡਿਵੈਲਪਮੈਂਟਸ ਬਣਾ ਲੈਂਦਾ ਜੀ ਕਰਦੇ ਵੀ ਅੱਜ ਇੱਕ ਗੱਲ ਆਈ ਹੈ, ਕੱਲ ਨੂੰ ਦੂਸਰੀ ਆ ਜਾਂਦੀ ਹੈ, ਫਿਰ ਤੀਸਰੀ ਆ ਜਾਂਦੀ ਹੈ। ਮਤਲਬ ਇਸ ਤਰ੍ਹਾਂ ਅੱਗੇ ਸਟੈਪ ਮਿਲੀ ਜਾਂਦੇ ਆ ਮੈਨੂੰ। ਜੀ ਤੇ ਉਸ ਦੇ ਵਿੱਚ ਆਪਣੀਆਂ ਵੀ ਬਹੁਤ ਸਾਰੀਆਂ ਗੱਲਾਂ ਮੈਂ ਵਿੱਚ ਐਡ ਕਰ ਲੈਂਦਾ, ਉਹਨਾਂ ਦੀ ਵੀ ਹੈਲਪ ਲੈ ਲੈਂਦਾ, ਜਿਹੜਾ ਆਰਟੀਕਲ ਵਗੈਰਾ ਮੈਂ ਦੇਖਿਆ ਮੈਂ ਹੁੰਦਾ। ਤਾਂ ਹੁਣ ਉਸ ਦੇ ਵਿੱਚ ਕੀ ਸੀਗਾ ਕਿ ਜਿਵੇਂ 7 ਦਾ ਟੇਬਲ ਕਿਸ ਤਰ੍ਹਾਂ ਫਾਰਮੂਲੇਟ ਕਰਨਾ ਹੈ, 8 ਦਾ ਕਿਵੇਂ ਬਣਨਾ ਹੈ। ਹੁਣ 8 ਦਾ ਟੇਬਲ ਫਾਰਮੂਲੇਟ ਕਰਨ ਦੇ ਲਈ ਮੈਂ ਇੱਕ ਪਾਸਵਰਡ ਤਿਆਰ ਕੀਤਾ, ਜੀ 86420 86420। ਜੀ ਐਕਚੁਅਲੀ ਉਹ ਪਾਸਵਰਡ ਬਣਿਆ ਕਿੱਥੋਂ ਸੀਗਾ? ਜੀ ਉਹ ਜਿਹੜੇ ਯੂਨਿਟ ਡਿਜਿਟ ਸੀ ਨਾ ਸਾਰੇ 8 ਵਾਲੇ ਟੇਬਲ ਦੇ, ਜੀ ਉਹ ਯੂਨਿਟ ਡਿਜਿਟ ਹੀ ਉਹਦਾ ਪਾਸਵਰਡ ਸੀਗਾ। ਜੀ ਤੇ ਉਹ ਜਦੋਂ ਮੈਂ ਲਿਖਦਾ ਤੇ ਉਸਦੇ ਅੱਗੇ 0 1 2 3 4 5 6 7 8 ਲਗਾ ਦਿੰਦੇ ਆ, ਤਾਂ 8 ਦਾ ਟੇਬਲ ਬਣ ਜਾਂਦਾ। ਜੀ ਤਾਂ ਕਿਉਂਕਿ ਅੱਜ ਕੱਲ੍ਹ ਕਰੇਜ਼ ਹੈ ਬੜਾ, ਪਾਸਵਰਡ ਦਾ ਜ਼ਮਾਨਾ ਆ ਗਿਆ, ਇਲੈਕਟ੍ਰੋਨਿਕ ਜ਼ਮਾਨਾ ਆ ਗਿਆ, ਤੇ ਹਰ ਇੱਕ ਚੀਜ਼ 'ਚ ਪਾਸਵਰਡ ਲੱਗਦਾ ਹੈ। ਜੀ ਤਾਂ ਮੈਂ ਇਸ ਨੂੰ ਕਨੈਕਟ ਕਰ ਲਿਆ ਪਾਸਵਰਡ ਦੇ ਨਾਲ, ਵੀ ਬੇਟੇ ਮੈਂ ਹੁਣ ਤੁਹਾਨੂੰ 8 ਦਾ ਪਾਸਵਰਡ ਦੇਣ ਲੱਗਿਆ, 8 ਦੇ ਟੇਬਲ ਦਾ। ਜੀ ਤੇ ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਇੰਟਰਸਟ ਵੀ ਕ੍ਰੀਏਟ ਹੋ ਜਾਂਦਾ ਤੇ ਬੱਚੇ ਜਿਹੜਾ ਇੰਜੋਏ ਵੀ ਕਰਦੇ ਆ। ਇਸ ਤਰ੍ਹਾਂ ਹੀ ਜਦੋਂ ਮੈਂ ਬੱਚਿਆਂ ਨੂੰ ਪੜ੍ਹਾ ਰਿਹਾ ਹੁੰਦਾ, ਪਿੱਛੇ ਜੇ ਮੈਂ ਹੁਣ ਆਕਲੈਂਡ ਤੋਂ ਇੱਕ ਬਿਟੀਆ ਪੜ੍ਹ ਰਹੀ ਸੀ, ਉਹਦੀ ਮੈਂ ਵੀਡੀਓ ਵੀ ਪਾਈ ਹੈ ਆਪਣੇ ਚੈਨਲ 'ਤੇ। ਤਾਂ ਉਹ ਬਣਾਉਂਦੇ ਮਤਲਬ 4 6 7 9 ਦਾ ਟੇਬਲ ਅਸੀਂ ਬਣਾ ਲਿਆ, ਔਰ ਈਜ਼ੀ ਵੇ ਦੇ ਵਿੱਚ ਬਣਾ ਲਿਆ ਕਿ 4 ਦਾ ਟੇਬਲ ਲਿਖ ਲਓ, 6 ਦਾ ਲਿਖ ਲਓ, 7 ਦਾ ਲਿਖ ਲਓ, 9 ਦਾ ਲਿਖ ਲਓ। ਫਿਰ ਉਸ ਦਾ ਇੱਕ ਪਲੇਟਫਾਰਮ ਤਿਆਰ ਹੋ ਗਿਆ, ਤੇ ਉਸ ਦੇ ਨੈਕਸਟ ਡਿਜਿਟ ਦੇ ਵਿੱਚ ਅਸੀਂ ਸ਼ਿਫਟਿੰਗ ਕਰੀ ਜਾਣੀ ਹੈ। ਜੀ ਉਹ ਤੁਹਾਨੂੰ ਅਸੀਂ ਬੋਰਡ 'ਤੇ ਵੀ ਕਰਕੇ ਦਿਖਾਵਾਂਗੇ। ਜੀ ਤਾਂ ਮਤਲਬ ਇੱਦਾਂ ਦੀਆਂ ਚੀਜ਼ਾਂ ਕਿ ਰੈਂਡਮਲੀ ਬੱਚਾ ਜਦੋਂ ਦੇਖੋ, ਇਸ ਦੇ ਵਿੱਚ ਤੁਸੀਂ ਇਹ ਵੀ ਸੋਚ ਸਕਦੇ ਹੋ ਵੀ ਇਹ ਜਿਹੀਆਂ ਚੀਜ਼ਾਂ ਕਰਨ ਦਾ ਫਾਇਦਾ ਕੀ ਹੋਊਗਾ। ਜੀ ਕਿਉਂਕਿ ਅਕਸਰ ਸਾਡੇ ਇੰਡੀਅਨ ਸਿਸਟਮ ਦੇ ਵਿੱਚ ਇਹ ਕਿਹਾ ਜਾਂਦਾ ਵੀ ਸਾਨੂੰ ਜੀ ਤੁਸੀਂ ਸਾਈਨ ਥੀਟਾ ਪੜ੍ਹਾਤਾ, ਕਾਸ ਥੀਟਾ ਪੜ੍ਹਾਤਾ, ਤੇ ਅੱਗੇ ਯੂਜ਼ ਕਿੱਥੇ ਹੋਣਗੇ ਇਹ? ਬਿਲਕੁਲ ਕਿ ਮੈਂ ਤਾਂ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੇ ਸਾਈਨ ਥੀਟੇ ਪੜ੍ਹਾਏ ਸੀ ਨਾ, ਕਿਉਂਕਿ ਉਦੋਂ ਤੁਹਾਡਾ ਉਹ ਇੰਟਰਸਟ ਕਰਨ ਦੇ ਲਈ ਅਸੀਂ ਉਸ ਨੂੰ PBP ਵਾਲਾ ਜਿਹੜਾ ਮੈਥਡ ਸੀਗਾ ਸਾਡਾ, ਉਸ ਦੇ ਵਿੱਚ ਇੱਕ ਲਗਾ ਕੇ ਕਿ ਪੰਡਿਤ ਬੱਦਰੀ ਪ੍ਰਸ਼ਾਦ ਹਰ ਹਰ ਬੋਲੇ, ਸੋਨਾ ਚਾਂਦੀ ਤੋਲੇ, ਹੈ ਨਾ ਜੀ। ਤੇ ਉਹ ਯਾਦ ਕਰਾਉਣ ਦਾ ਇੱਕ ਟੀਚਰ ਨੇ ਮੈਥਡ ਲੱਭ ਲਿਆ ਸੀ, ਜੀ ਲੇਕਿਨ ਐਕਚੁਅਲ ਦੇ ਵਿੱਚ ਦੇਖਿਆ ਜਾਵੇ ਤਾਂ ਉਹ ਚੀਜ਼ ਨਹੀਂ ਹੈ। ਜਦੋਂ ਜਿਸ ਤਰ੍ਹਾਂ ਮੈਂ MD ਸਾਹਿਬ ਤੁਹਾਡਾ ਦੇਖਿਆ ਸੀ ਪ੍ਰੋਜੈਕਟਾਈਲ ਦੇ ਬਾਰੇ, ਜਦੋਂ ਤੁਸੀਂ ਸਮਝਾ ਰਹੇ ਸੀ, ਜੀ ਤਾਂ ਉੱਥੇ ਜਦੋਂ ਅਸੀਂ ਇੱਕ ਵੈਕਟਰ ਨੂੰ ਮਤਲਬ ਵੀ ਉਹਦੇ 2 ਪਾਰਟਸ ਕਰਦੇ ਹਾਂ, ਤੇ ਕਿਹੜਾ ਕਾਸ ਥੀਟਾ ਬਣਦਾ, ਕਿਹੜਾ ਸਾਈਨ ਥੀਟਾ ਬਣਦਾ, ਜੀ ਤਾਂ ਉੱਥੇ ਜੇ ਤੁਸੀਂ ਉਹ ਵਾਲਾ ਯਾਦ ਰੱਖੋਗੇ PVP ਵਾਲਾ ਫਾਰਮੂਲਾ, ਉਹ ਨਹੀਂ ਲੱਗੇਗਾ। ਜੀ ਲੇਕਿਨ ਉਹ ਉੱਥੇ ਕੀ ਲੱਗਣਾ ਕਿ ਐਂਗਲ ਦੇ ਨਾਲ ਵਾਲੀ ਜਿਹੜੀ ਸਾਈਡ ਹੈ ਉਹ ਕਿਹੜੀ ਹੈ, ਜੀ ਜੀ ਉਹ ਕਾਸ ਕਿਉਂ ਬਣਦੀ ਹੈ, ਜੀ ਬੇਸ ਅਪੋਨ ਹਾਈਪੋਟਨਿਊਜ਼ ਲੈਣਾ ਨਾ ਅਸੀਂ। ਬਿਲਕੁਲ ਤਾਂ ਇਸ ਕਰਕੇ ਇਹ ਜਿਹੜੀ ਚੀਜ਼ ਹੈ ਸਾਨੂੰ ਫਿਰ ਉੱਥੇ ਹੈਲਪਫੁਲ ਹੁੰਦੀ ਹੈ ਕਿ ਜਦੋਂ ਅਸੀਂ ਉਸ ਦੇ ਬੇਸ ਦੇ ਵਿੱਚ ਜਾਂਦੇ ਹਾਂ। ਜੀ ਅਦਰਵਾਈਜ਼ ਇਹ ਚੀਜ਼ਾਂ ਦਾ ਇਸ ਤਰ੍ਹਾਂ ਹੀ ਲੱਗਦਾ ਰਹੂਗਾ ਸਾਨੂੰ ਵੀ ਸਾਨੂੰ ਕੋਈ ਫਾਇਦਾ ਨਹੀਂ। ਪਰ ਸੱਚ ਜਾਣੋ ਕਿ ਜਿੰਨੇ ਦਰਸ਼ਕ ਦੇਖ ਰਹੇ ਹੈ ਕਿ ਚਾਹੇ ਤੁਸੀਂ ਸਾਇੰਸ ਪੜ੍ਹੇ ਹੋ ਚਾਹੇ ਨਹੀਂ ਪੜ੍ਹੇ, ਮੈਥ ਪੜ੍ਹੇ ਹੋ ਚਾਹੇ ਨਹੀਂ ਪੜ੍ਹੇ, ਪਰ ਫਿਰ ਵੀ ਤੁਸੀਂ ਮੈਥਮੈਟਿਕਸ ਨਾਲ ਜੁੜੇ ਹੋਏ ਹੋ। ਬਿਲਕੁਲ ਹਰ ਇੱਕ ਬੰਦਾ ਜਿਹੜਾ ਹੈ ਉਸ ਨੂੰ ਆਪਣਾ ਮੋਬਾਈਲ ਨੰਬਰ ਜਿਹੜਾ ਹੈ, ਮੋਬਾਈਲ ਦਾ ਵੀ ਮੇਰਾ ਆਹ ਕੰਟੈਕਟ ਨੰਬਰ ਹੈ ਯਾਦ ਹੈ, ਬਿਲਕੁਲ ਘਰ ਦਾ ਨੰਬਰ ਯਾਦ ਹੈ, ਕਾਰ ਦਾ ਨੰਬਰ ਯਾਦ ਹੈ ਨਾ, ਉਸ ਨੂੰ ਆਪਣਾ ਅਕਾਊਂਟ ਨੰਬਰ ਯਾਦ ਹੈ, ਆਧਾਰ ਨੰਬਰ ਯਾਦ ਹੈ। ਤਾਂ ਉਹ ਕੀ ਹੈ? ਮੈਥਮੈਟਿਕਸ ਹੈ ਨਾ। ਤਾਂ ਮਤਲਬ ਇੱਕ ਜਨਰਲ ਜੇ ਅਸੀਂ ਗੱਲ ਕਰੀਏ, ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਸਾਇੰਸ ਔਰ ਮੈਥਮੈਟਿਕਸ ਹੀ ਪੜ੍ਹਨਾ। ਹਰ ਇੱਕ ਵਿਸ਼ੇ ਦੀ ਆਪਣੀ ਆਪਣੀ ਇੰਪੋਰਟੈਂਸ ਹੋਇਆ ਕਰਦੀ ਹੈ, ਲੇਕਿਨ ਉਸ ਦੇ ਵਿੱਚ ਜੇ ਤੁਸੀਂ ਬੇਸਿਕ ਵਿਸ਼ਾ ਜਿਹੜਾ ਮੰਨਿਆ ਗਿਆ ਆਪਣੇ ਸਮਾਜ ਦੇ ਵਿੱਚ, ਉਹ ਸਾਡਾ ਮੈਥਮੈਟਿਕਸ ਨੂੰ ਮੰਨਿਆ ਗਿਆ। ਕਿਉਂਕਿ ਮੈਂ ਇਸ ਗੱਲ ਦਾ ਧਾਰਨੀ ਹਾਂ ਕਿ ਜਦੋਂ ਮੈਂ ਗੁਰੂ ਮਹਾਰਾਜ ਦਾ ਪਾਠ ਕਰਦੇ ਹਾਂ ਨਾ ਅਸੀਂ, ਤਾਂ ਅਸੀਂ ਉਸ ਦੇ ਵਿੱਚ ਵੀ ਦੇਖਿਆ ਕਿ ਗੁਰੂ ਮਹਾਰਾਜ ਨੇ ਪਹਿਲੀ ਵਾਰੀ ਜਦੋਂ ਇਹ ਕੀਤਾ ਸੀਗਾ ਕਿ ਓਅੰਕਾਰ ਦੇ ਅੱਗੇ ਏਕਾ ਲਾਇਆ ਸੀਗਾ, ਜੀ ਤੇ ਉਹ ਗੁਰਮੁਖੀ ਦੇ ਨਾਲ ਮੈਥਮੈਟਿਕਸ ਦਾ ਕੰਬੀਨੇਸ਼ਨ ਸੀਗਾ ਜਿਹੜਾ, ਉਹ ਬੜਾ ਜ਼ਬਰਦਸਤ ਮੈਨੂੰ ਲੱਗਿਆ ਜਦੋਂ ਮੈਂ ਉਸ ਨੂੰ ਦੇਖਦਾ ਕਿ ਇੱਕ ਫਿਰ ਓਅੰਕਾਰ, ਜੀ ਤੇ ਫਿਰ ਇਸੇ ਤਰ੍ਹਾਂ ਹੀ ਜਦੋਂ ਸਮਾਪਤੀ ਕਰਦੇ ਹਾਂ ਤਾਂ ਉੱਥੇ ਵੀ ਇਹੀ ਲਿਖਿਆ ਹੋਇਆ ਹੈ, ਖਸਟ ਰਾਗ ਉਨ ਗਾਏ ਸੰਗ ਰਾਗਨੀ 30 ਸਭੇ ਪੁੱਤਰ ਰਾਗਨ ਕੇ 18 10 20। ਜੀ ਫਿਰ ਮੈਂ ਸੋਚਿਆ ਇੱਕ ਦਿਨ ਬੈਠ ਕੇ ਕਿ ਇਹ 18 10 20 ਤੇ ਇਹ 18 10 20 ਕਿਵੇਂ ਹੋਇਆ? ਜੀ
ਤੇ ਐਕਚੁਅਲ ਦੇ ਵਿੱਚ ਜਦੋਂ ਮੈਂ ਲੱਭਿਆ ਨਾ ਜੀ, ਤੇ ਉਹ ਬਣਿਆ 18 ਤੇ 10 28 ਤੇ 20 48 ਜੀ ਕਿਉਂਕਿ ਇਸ ਦੇ ਵਿੱਚ ਇਹਨਾਂ ਨੇ ਕਿਹਾ ਵੀ ਇੱਕ ਰਾਗ ਹੈ, ਏਕ ਰਾਗ ਸੰਗ ਪੰਜ ਬਰੰਗਣ ਸੰਗ ਅਲਾਪੈ ਆਠੋ ਨੰਦਨ, ਜੀ ਨੰਦਨ ਪੁੱਤਰ ਨੂੰ ਕਿਹਾ ਕਿ ਇੱਕ ਰਾਗ ਹੈ, ਉਹਦੇ ਅੱਗੇ 5 ਵਿਰਾਗਣੀਆਂ, ਫਿਰ ਇਸਤਰੀਆਂ ਮਤਲਬ, ਤੇ ਉਸ ਤੋਂ ਬਾਅਦ ਉਹਨਾਂ ਦੇ 8 ਪੁੱਤਰ ਹੈ। ਜੀ ਤਾਂ ਮਤਲਬ ਇਹ ਸਾਰਿਆਂ ਨੂੰ ਜੇ ਅਸੀਂ ਟੋਟਲ ਕਰੀਏ ਨਾ ਜੀ, 8 6 48, 6 ਰਾਗਾਂ ਦੇ 6 ਨੂੰ 8 ਨਾਲ ਗੁਣਾ ਕਰੀਏ, 6 8 48 ਤੇ 18 10 20, ਜੀ 18 10 28 ਤੇ 20 48 ਬਣ ਜਾਂਦੇ। ਤੇ ਵੈਸੇ ਜੇ ਸਾਰਾ ਰਾਗਣੀਆਂ ਨੂੰ ਵੀ ਜੋੜ ਲਈਏ ਤਾਂ 84 ਬਣਦੀਆਂ ਜੀ। ਜੀ ਤਾਂ ਹੁਣ 48 ਤੇ 84 ਆਪਸ ਦੇ ਵਿੱਚ ਡਿਜਿਟਸ ਹੈ ਜਿਹੜੇ ਯੂਨਿਟ ਪਲੇਸ ਤੇ ਟੈਂਸ ਪਲੇਸ ਵਾਲੇ ਅੱਗੇ ਪਿੱਛੇ ਕੀਤੇ। ਜੀ ਮਤਲਬ ਮੈਥਮੈਟਿਕਸ ਤਾਂ ਇੱਕ ਇੰਨੀ ਮਜ਼ੇਦਾਰ ਚੀਜ਼ ਹੈ ਨਾ ਜੀ, ਵੀ ਤੁਸੀਂ ਜਿਵੇਂ ਜਿਵੇਂ ਇਹਦੇ ਵਿੱਚ ਖੁੱਬਦੇ ਜਾਓਗੇ ਤਿਵੇਂ ਤਿਵੇਂ ਤੁਹਾਨੂੰ ਮਤਲਬ 14 ਰਤਨ ਲੱਭਣ ਵਾਲਾ ਕੰਮ ਹੋਈ ਜਾਂਦਾ। ਜੀ ਜੀ ਜਸਵਿੰਦਰ ਸਿੰਘ ਜੀ, ਇਹ ਦੱਸੋ ਕਿ ਜਿੱਦਾਂ ਤੁਹਾਡਾ ਬੇਸਿਕ ਟੀਚਰ, ਤੁਹਾਡਾ ਬੇਸਿਕ ਏਮ ਤੇ ਮੇਰਾ ਬੇਸਿਕ ਏਮ ਵੀ ਸੇਮ ਹੈ, ਅਸੀਂ ਦੋਨੋਂ ਸਾਇੰਸ ਨੂੰ ਪੋਪੂਲਰਾਈਜ਼ ਕਰਨਾ ਚਾਹੁੰਦੇ ਹਾਂ। ਪਰ ਮੈਂ ਇਹ ਦੇਖਿਆ ਜਿੱਦਾਂ ਪੰਜਾਬ ਦੇ ਵਿੱਚ ਥੋੜ੍ਹਾ ਜਿਹਾ ਜਿੱਦਾਂ 10th ਤੋਂ ਬਾਅਦ +1 +2 ਮੈਡੀਕਲ ਨੋਨ ਮੈਡੀਕਲ ਲੈਣ ਦੀ ਥਾਂ 'ਤੇ ਬੱਚੇ ਜਿਹੜਾ ਹੈ ਅੱਜ ਕੱਲ੍ਹ ਬਾਹਰ ਜਾਣ ਦਾ ਰੁਝੇਵਾਂ ਕਾਫੀ ਵੱਧ ਗਿਆ, ਅਤੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਾਇੰਸ ਨੂੰ ਪੋਪੂਲਰਾਈਜ਼ ਕਰਨ ਵਾਸਤੇ ਕੀ ਸਰਕਾਰ ਨੂੰ ਹੋਰ ਸਟੈਪ ਲੈਣੇ ਚਾਹੀਦੇ ਨੇ, ਜਾਂ ਇਸ ਬਾਰੇ ਤੁਸੀਂ ਹੋਰ ਕੀ ਕਹਿਣਾ ਚਾਹੋਗੇ? ਹਾਂਜੀ, ਬਹੁਤ ਹੀ ਵਧੀਆ, ਮਤਲਬ ਵੀ ਇੱਕ ਮੌਕੇ ਦੀ ਨਜ਼ਾਕਤ ਦਾ ਜਿਹੜਾ ਕੁਐਸਚਨ ਤੁਸੀਂ ਕੀਤਾ, ਉਸ ਦੇ ਵਿੱਚ ਕੀ ਹੈ ਕਿ ਬੱਚਿਆਂ ਨੂੰ ਸਾਇੰਸ ਦੇ ਵੱਲ ਅਸੀਂ ਮੋਟੀਵੇਟ ਕਰ ਦਈਏ, ਜੀ ਲੇਕਿਨ ਜਿਹੜਾ ਇੱਕ ਵਿਦਿਆਰਥੀ ਹੈ ਨਾ, ਉਸ ਦਾ ਲੈਵਲ ਦੇਖਿਆ ਜਾਣਾ ਚਾਹੀਦਾ। ਜੀ ਇੱਕ ਵਿਦਿਆਰਥੀ ਪਿੰਡ ਦੇ ਵਿੱਚ ਪੜ੍ਹ ਰਿਹਾ, ਉਹ ਪਿੰਡ ਜਿਹੜਾ ਕਿ ਕਿਸੇ ਟਾਈਮ ਪਛੜਿਆ ਹੋਇਆ ਸੀ, ਅੱਜ ਕੁਛ ਤਰੱਕੀ ਕਰ ਗਿਆ ਹੋਇਆ। ਜੀ ਇੱਕ ਵਿਦਿਆਰਥੀ ਹੈ ਜਿਹੜਾ ਉਸ ਪਿੰਡ ਦੇ ਨਾਲ ਲੱਗਦੇ ਸ਼ਹਿਰ ਦੇ ਵਿੱਚ ਪੜ੍ਹ ਰਿਹਾ, ਇੱਕ ਵਿਦਿਆਰਥੀ ਹੈ ਉਸ ਸ਼ਹਿਰ ਤੋਂ ਅਪਗ੍ਰੇਡਡ ਸ਼ਹਿਰ ਦੇ ਵਿੱਚ ਪੜ੍ਹ ਰਿਹਾ, ਜੀ ਇੱਕ ਵਿਦਿਆਰਥੀ ਹੈ ਉਸ ਤੋਂ ਵੀ ਅੱਗੇ ਮੈਟਰੋ ਸਿਟੀਜ਼ ਦੇ ਵਿੱਚ ਪੜ੍ਹ ਰਿਹਾ। ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ। ਹੁਣ ਜੇ ਮੈਂ ਕਹਾਂ ਕਿ ਇੱਕ ਉਸ ਪਿੰਡ ਦਾ ਬੱਚਾ ਔਰ ਇੱਕ ਮੈਟਰੋ ਸਿਟੀ ਦਾ ਬੱਚਾ ਆਪਸ ਦੇ ਵਿੱਚ ਅਸੀਂ ਕੰਪੇਅਰ ਕਰ ਲਾਂਗੇ, ਨਹੀਂ ਕਰ ਸਕਦੇ ਕਦੇ, ਕਿਉਂਕਿ ਉਸ ਦਾ ਲੈਵਲ ਉੱਥੇ ਤੱਕ ਪਹੁੰਚਾਉਂਦੇ ਪਹੁੰਚਾਉਂਦੇ ਪਤਾ ਨਹੀਂ ਸਾਨੂੰ ਕਿੰਨਾ ਟਾਈਮ ਲੱਗ ਜਾਣਾ, ਜੀ ਕਿਉਂਕਿ ਉਹਦੇ ਕੋਲੋਂ ਸਹੂਲਤਾਂ ਨਹੀਂ ਹੈ। ਜੋ ਸਹੂਲਤਾਂ ਮੈਟਰੋ ਸਿਟੀ ਵਾਲਾ ਬੱਚਾ ਅਵੇਲ ਕਰ ਰਿਹਾ, ਉਹ ਸਹੂਲਤਾਂ ਪਿੰਡ ਦੇ ਵਿੱਚ ਨਹੀਂ ਮਿਲ ਰਹੀਆਂ। ਜੀ ਤਾਂ ਇਸ ਕਰਕੇ ਉਹ ਪਿੱਛੇ, ਅਦਰਵਾਈਜ਼ ਦਿਮਾਗੀ ਤੌਰ ਤੇ ਉਹ ਪਿੱਛੇ ਨਹੀਂ ਹੈ। ਬਿਲਕੁਲ ਦਿਮਾਗੀ ਤੌਰ ਤੇ ਪਿੰਡਾਂ ਦੇ ਬੱਚੇ, ਇਹ ਦੇਖਿਆ ਗਿਆ ਕਿ ਜ਼ਿਆਦਾ ਅੱਗੇ ਲੰਘੇ, ਕਿਉਂਕਿ ਉਹਨਾਂ 'ਚ ਪੋਟੈਂਸ਼ੀਅਲ ਹੈ। ਜੀ ਉਹ ਪੋਟੈਂਸ਼ੀਅਲ ਅਸੀਂ ਚੈਨਲਾਈਜ਼ ਨਹੀਂ ਕਰ ਸਕੇ। ਜੀ ਉਹਦਾ ਇੱਕ ਸਿਸਟਮ ਬਣਾਉਣਾ ਚਾਹੀਦਾ ਸੀ ਸਾਨੂੰ, ਕਿ ਉਸ ਸਿਸਟਮ ਦੇ ਵਿੱਚ ਇਹਨਾਂ ਬੱਚਿਆਂ ਨੂੰ ਕਿ ਅਲੱਗ ਤੋਂ ਹੋਰ ਟਾਈਮ ਦਿੱਤਾ ਜਾ ਸਕੇ ਪੜ੍ਹਾਈ ਦੇ ਲਈ। ਹੁਣ ਹਰ ਇੱਕ ਦੀ ਹੋੜ ਲੱਗੀ ਹੈ ਕਿ ਮੇਰੀ ਜਿਹੜੀ ਜੌਬ ਹੈ, ਮੈਂ ਬੜਾ ਕੰਫਰਟੇਬਲ ਜੌਬ ਦੇ ਵਿੱਚ ਹੋਵਾਂ, ਤੇ ਮੇਰੀ ਜਿਹੜੀ ਜੌਬ ਹੈ ਉਹ ਸ਼ਹਿਰ ਦੇ ਵਿੱਚ ਹੋਵੇ, ਪਿੰਡ 'ਚ ਕੋਈ ਜਾਣ ਨੂੰ ਤਿਆਰ ਨਹੀਂ ਹੈ। ਜੀ ਤਾਂ ਉਹ ਬੱਚਿਆਂ ਨੂੰ ਕੌਣ ਸੰਭੂਗਾ? ਜੀ ਤਾਂ ਉਹਨਾਂ ਬੱਚਿਆਂ ਦੇ ਲਈ ਇੱਕ ਚੈਲੰਜ ਹੈ ਕਿ ਉਹਨਾਂ ਬੱਚਿਆਂ ਦਾ ਇੰਟਰਸਟ ਕ੍ਰੀਏਟ ਕਰਨਾ। ਫਿਰ ਇੱਕ ਬਹੁਤ ਵੱਡਾ ਚੈਲੰਜ ਕਿ ਪੰਜਾਬੀ ਮੀਡੀਅਮ ਤੋਂ ਜਦੋਂ ਇੰਗਲਿਸ਼ ਮੀਡੀਅਮ ਦੇ ਵਿੱਚ ਆਉਂਦੇ ਹਨ, ਜੀ ਤਾਂ ਉਸ ਵਕਤ ਉਹਨਾਂ ਨੂੰ ਇਹ ਲੱਗਦਾ। ਫਿਰ ਤੀਸਰਾ ਚੈਲੰਜ ਹੈ ਕਿ ਉਹੀ ਪੁਰਾਣੀਆਂ ਬੁੱਕਸ, ਹੁਣ ਜੇ ਅਸੀਂ ਗੱਲ ਕਰੀਏ ਫਿਜ਼ਿਕਸ ਦੀ, ਤਾਂ ਉਹ ਫਿਜ਼ਿਕਸ ਦੀਆਂ 2 ਵੱਡੀਆਂ ਵੱਡੀਆਂ ਬੁੱਕਸ, ਤੇ ਜਦੋਂ ਖਰੀਦਣ ਜਾਂਦਾ ਨਾ, ਹਾਲੇ ਪੜ੍ਹਨ ਨਹੀਂ ਜਾ ਰਿਹਾ, ਖਰੀਦਣ ਹੀ ਜਾ ਰਿਹਾ, ਕਿ ਜਦੋਂ ਪਤਾ ਲੱਗਦਾ 1500 ਰੁਪਏ ਦੀਆਂ 2 ਬੁੱਕਸ, ਉਹ ਕਹਿੰਦਾ ਚਲੋ ਆਰਟਸ ਹੀ ਪੜ੍ਹ ਲੈਂਦੇ। ਜੀ ਤਾਂ ਇਹ ਇੱਕ ਬਹੁਤ ਵੱਡਾ ਮਤਲਬ ਵੀ, ਪਰ ਇਸ ਦੇ ਲਈ ਬੜੇ ਉਪਰਾਲੇ ਕੀਤੇ ਟੀਚਰਸ ਨੇ, ਸਰਕਾਰਾਂ ਨੇ ਉਪਰਾਲੇ ਕੀਤੇ ਕਿ ਇਹ ਜਿਹੜੀਆਂ ਬੁੱਕਸ ਹੈ ਆਨਲਾਈਨ ਅਵੇਲੇਬਲ ਕਰਾ ਦਿੱਤੀਆਂ ਗਈਆਂ। ਪਰ ਉਹਨਾਂ ਦੇ ਕੋਲ ਆਨਲਾਈਨ ਜੇ ਅਵੇਲੇਬਲ ਤਾਂ ਹੋ ਗਈ, ਹੁਣ ਇੱਕ ਐਜੂਕੇਅਰ ਐਪ ਬਣ ਗਈ ਸਾਡੇ ਕੋਲ, ਅਵੇਲੇਬਲ ਤਾਂ ਹੈ, ਲੇਕਿਨ ਜੇ ਲਾਈਟ ਨਹੀਂ ਹੈ, ਨੈਟ ਨਹੀਂ ਹੈ, ਉਹ ਕੀ ਕਰੇਗਾ ਬੱਚਾ? ਜੀ ਉਹਦਾ ਦਿਲ ਕਰਦਾ ਮੈਂ ਹੁਣ ਪੜ੍ਹਾਂ, ਪਰ ਉਸ ਟਾਈਮ ਦੇ ਉੱਤੇ ਉਸ ਨੂੰ ਸਹੂਲਤ ਮਿਲਦੀ ਨਹੀਂ ਹੈ। ਜੀ ਹਰ ਟਾਈਮ ਤਾਂ ਨਹੀਂ ਨਾ ਉਹਦਾ ਦਿਲ ਕਰ ਰਿਹਾ ਹੁੰਦਾ ਵੀ ਮੈਂ ਇਹੀ ਕਰਾਂ। ਤਾਂ ਹੁਣ ਉਹ ਜਿਹੜੀਆਂ ਬੁੱਕਸ ਹੈ ਲਾਇਬ੍ਰੇਰੀਜ਼ ਦੇ ਵਿੱਚ ਰੱਖੀਆਂ ਗਈਆਂ, ਮੈਂ ਕੀ ਕਰਦਾ ਕਿ ਮੈਂ ਬੱਚਿਆਂ ਨੂੰ ਕਹਿੰਦਾ ਵੀ ਜਿੰਨੇ ਬੱਚੇ ਮੇਰੇ ਕੋਲ ਸਾਇੰਸ ਪੜ੍ਹਨਗੇ, ਉਹਨਾਂ ਸਾਰਿਆਂ ਨੂੰ ਬੁੱਕਸ ਸਾਡੇ ਵੱਲੋਂ ਦਿੱਤੀਆਂ ਜਾਣਗੀਆਂ। ਜੀ ਤਾਂ ਮੇਰੇ ਇੱਕ ਵਾਰੀ ਇਨਵੈਸਟਮੈਂਟ ਹੋਈ, ਇੱਕ ਵਾਰੀ ਮੈਂ ਸਾਰੀਆਂ ਬੁੱਕਸ ਖਰੀਦ ਲਈਆਂ, ਮਤਲਬ 40 ਸੈੱਟ ਮੈਂ ਖਰੀਦ ਲਏ। ਔਰ 40 ਸੈੱਟ ਜਿਹੜੇ ਖਰੀਦੇ, ਉਹ ਮੈਂ ਕੀ ਕੀਤਾ, ਕਿਉਂਕਿ ਮੈਂ ਵੀ ਕੋਈ ਇੰਨਾ ਜ਼ਿਆਦਾ ਅਮੀਰ ਜਾਦਾ ਨਹੀਂ ਹੈਗਾ, ਉਹ 40 ਦੇ 40 ਸੈੱਟ ਹੈ ਜਿਹੜੇ ਉਹ ਸੈਕਿੰਡ ਹੈਂਡ ਮੈਂ ਖਰੀਦ ਕੇ ਲਿਆਇਆ ਹਾਫ ਰੇਟ ਦੇ ਉੱਤੇ। ਜੀ ਤਾਂ ਉਹ ਜਿਹੜੇ ਹੈ ਮੈਂ ਹੁਣ ਰੱਖ ਲਏ। ਹੁਣ ਜਿਹੜਾ ਬੱਚਾ ਮੇਰੇ ਤੋਂ ਬੁੱਕ ਕਹਿੰਦਾ ਵੀ ਸਰ ਮੈਂ ਬੁੱਕ ਪਿੱਛੇ ਮਤਲਬ ਵੀ ਰਹਿ ਨਾ ਜਾਵਾਂ, ਮੈਂ ਰਹਿਣ ਨਹੀਂ ਦਿੰਦਾ, ਵੀ ਬੁੱਕਸ ਮੈਂ ਦੇਊਂਗਾ, ਪੜ੍ਹਨਾ ਤੂੰ ਸ਼ੁਰੂ ਕਰ। ਜੀ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਨੂੰ ਅਧਿਆਪਕ ਕਰ ਰਹੇ ਆ, ਬਹੁਤ ਸਾਰੇ ਅਧਿਆਪਕ ਇਸ ਤੋਂ ਵੀ ਅੱਗੇ ਕਰ ਰਹੇ ਆ, ਮੈਂ ਦੇਖਿਆ ਬਹੁਤ ਜਗ੍ਹਾ ਤੇ। ਲੇਕਿਨ ਇਹ ਚੀਜ਼ਾਂ ਜਦ ਤੱਕ ਨਹੀਂ ਕਰਾਂਗੇ, ਫਿਰ ਇਕੱਲਾ ਕਿਤਾਬ ਦੇਣਾ ਹੀ ਮਕਸਦ ਨਹੀਂ ਹੁੰਦਾ। ਜੀ
ਕਿਤਾਬ ਦੇ ਵਿੱਚ ਉਸ ਨੂੰ ਪੜ੍ਹਾਉਣਾ, ਫਿਰ ਉਸ ਦੀ ਅੰਡਰਸਟੈਂਡਿੰਗ ਦੇਖਣੀ, ਉਹ ਲਿਖਦਾ ਕਿਸ ਤਰ੍ਹਾਂ ਦੇ ਨਾਲ ਹੈ, ਉਸ ਨੂੰ ਲਿਖਣਾ ਵੀ ਆਉਂਦਾ ਕਿ ਨਹੀਂ ਲਿਖਣਾ ਆਉਂਦਾ, ਕਿ ਉਹ ਇੰਗਲਿਸ਼ ਦੇ ਵਰਡਸ ਜਾਣਦਾ ਹੈ। ਫਿਰ ਉਸ ਦੀਆਂ ਬੇਸਿਕ ਗੱਲਾਂ, ਕਿ ਹੁਣ ਮੈਂ ਬੱਚੇ ਨੂੰ ਇੱਕ ਸਵਾਲ ਕੀਤਾ ਜੀ, ਵੀ ਤੂੰ ਦੱਸ ਵੀ ਮੀਟਰ ਇੰਨਾ ਕੁ ਹੁੰਦਾ, ਇੰਨਾ ਕੁ ਹੁੰਦਾ ਜਾਂ ਇੰਨਾ ਕੁ ਹੁੰਦਾ। ਜੀ। ਤਾਂ ਮਤਲਬ ਬੱਚੇ ਨੂੰ ਇਹੀ ਨਹੀਂ ਪਤਾ ਮੈਂ ਅਧਿਆਪਕ ਹੋਣ ਦੇ ਨਾਤੇ ਜੇ ਅੱਜ ਬੱਚੇ ਨੂੰ ਇਹੀ ਨਹੀਂ ਦੱਸ ਸਕਿਆ ਵੀ ਮੀਟਰ ਕਿੰਨਾ ਕੁ ਹੈ, ਜੀ। ਤਾਂ ਕੁਝ ਬੱਚੇ ਦਾ ਵਿੱਚੋਂ ਕਹਿੰਦੇ 100 ਸੈਂਟੀਮੀਟਰ ਹੈ ਜੀ, ਕਿਉਂਕਿ ਉਹਨੂੰ ਕ੍ਰੈਮ ਕੀਤਾ ਹੋਇਆ ਵੀ 1 ਮੀਟਰ 'ਚ 100 ਸੈਂਟੀਮੀਟਰ ਹੁੰਦਾ ਜੀ। ਹੁਣ ਜਦੋਂ ਫਿਰ ਉਹਨਾਂ ਨੂੰ ਪ੍ਰੈਕਟੀਕਲੀ ਇਹ ਗੱਲ ਕਰਵਾਉਣਾ ਕਿ ਬੇਟਾ ਇੱਥੋਂ ਤੋਂ ਲੈ ਕੇ ਇਹ ਇੱਥੇ ਤੱਕ ਲਗਭਗ ਅਡਲਟ ਦਾ, ਜੇ ਛੋਟਾ ਬੱਚਾ ਉਹਦਾ ਨਹੀਂ ਜੀ, ਤਾਂ ਫਿਰ ਉਹਨਾਂ ਨੂੰ ਸਕੇਲ ਲੈ ਕੇ ਉੱਥੋਂ ਮੇਜਰ ਕਰਕੇ ਦਿਖਾਈਦਾ ਵੀ ਆ ਲਓ ਜੀ 1 ਮੀਟਰ ਹੋ ਗਿਆ। ਹੁਣ ਤੁਸੀਂ 5 ਮੀਟਰ ਕੱਪੜਾ ਲਿਆ ਤਾਂ 5 ਮੀਟਰ 5 ਵਾਰੀ ਐਂ ਕਰ ਲਓਗੇ, ਜਾਂ ਉਹਨੂੰ ਫੋਲਡ ਕਰਕੇ ਦੇਖ ਲਓ ਵੀ 2.5 ਮੀਟਰ ਤੇ ਪਹੁੰਚ ਰਿਹਾ। ਮਤਲਬ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬੱਚਿਆਂ ਦੇ ਵਿੱਚ ਜਦੋਂ ਲੈ ਕੇ ਜਾਣਾ, ਇੰਟਰਸਟ ਕ੍ਰੀਏਟ ਹੁੰਦਾ। ਮੈਨੂੰ ਯਾਦ ਆ ਗਈ ਗੱਲ ਸਰ, ਕਿ ਇੱਕ ਵਾਰੀ ਮੈਂ ਫਿਜ਼ਿਕਸ ਲੈਬ ਦੇ ਵਿੱਚ ਐਕਸਪੈਰੀਮੈਂਟ ਕਰ ਰਹੇ ਸੀ, ਤੇ ਮੈਂ ਬੱਚਿਆਂ ਨੂੰ ਮੈਂ ਕਿਹਾ ਕੋਈ ਅਸਾਈਨਮੈਂਟ ਦਈਏ ਅੱਜ, ਤਾਂ ਮੈਂ ਉਹਨਾਂ ਦੇ ਗਰੁੱਪ ਬਣਾਤੇ, 5 ਗਰੁੱਪ ਬਣਾਤੇ ਜੀ ਉਹਨਾਂ ਦੇ। ਮੈਂ ਕਿਹਾ ਵੀ ਤੁਸੀਂ ਬਸ ਅੱਜ ਇਹੀ ਕੰਮ ਕਰਕੇ ਦੇਣਾ, ਮੈਨੂੰ ਰਿਸਰਚ ਦੇ ਵਿੱਚ ਇਹਦੀ ਰਿਪੋਰਟ ਆਉਣੀ ਚਾਹੀਦੀ ਹੈ ਕਿ ਆਪਣੀ ਫਿਜ਼ਿਕਸ ਲੈਬ ਕਿੰਨੀ ਲੰਬੀ ਹੈ ਤੇ ਕਿੰਨੀ ਚੌੜੀ ਹੈ। ਬਸ ਆਹ ਤੁਹਾਡੇ ਕੋਲ ਸਕੇਲ ਵੀ ਪਿਆ, ਮੈਜਰਿੰਗ ਟੇਪ ਵੀ ਪਈ ਹੈ ਤੁਹਾਡੇ ਕੋਲ, ਸਾਰਾ ਕੁਝ ਦਿੱਤਾ। ਔਰ ਸਾਰੇ ਮੈਂ ਕਿਹਾ ਲਿਖ ਕੇ ਲਿਆਣਾ, ਨਾਲ ਕਾਪੀ ਤੇ ਨੋਟ ਕਰ ਲੈਣਾ। ਤੇ ਜਦੋਂ ਨੋਟ ਕਰਕੇ ਲਿਆਏ, ਸਾਰਿਆਂ ਦੀਆਂ ਰੀਡਿੰਗਸ ਵੱਖਰੀਆਂ ਵੱਖਰੀਆਂ ਸੀ। ਫਿਰ ਮੈਂ ਉਹਨਾਂ ਨੂੰ ਫੋਲੋ ਅਪ ਕੀਤਾ, ਮੈਂ ਕਿਹਾ ਵੀ ਇਹ ਦੱਸੋ ਵੀ ਇਹ ਕਮਰਾ ਵੱਡਾ ਛੋਟਾ ਕਿਵੇਂ ਹੋ ਗਿਆ, ਹਾਊ ਇਜ਼ ਇਟ ਪੋਸੀਬਲ ਕਿ ਇਹ ਤਾਂ ਓਨਾ ਹੀ ਰਹਿਣਾ, ਪਰ ਤੁਹਾਡਾ ਕਿੱਥੇ ਕਮੀ ਆਈ ਹੈ। ਤਾਂ ਮੈਨੂੰ ਯਾਦ ਹੈ, ਅੱਜ ਵੀ ਉਹ ਸੀਨ ਯਾਦ ਆ ਜਾਂਦਾ ਕਿ ਬੁਆਇਜ਼ ਹੈ ਜਿਹੜੇ, ਉਹ ਕਿੰਨੀ ਅਣਗਹਿਲੀ ਕਰ ਰਹੇ ਸੀਗੇ। ਬੁਆਇਜ਼ ਨੂੰ ਜਦੋਂ ਮੈਂ ਕਿਹਾ ਵੀ ਤੁਹਾਡਾ ਇਹ ਫਰਕ ਪਤਾ ਕਿਉਂ ਪਿਆ, ਕਿ ਇੰਚੀ ਟੇਪ ਜਿਸ ਦੇ ਨਾਲ ਤੁਸੀਂ ਮੇਜਰ ਕਰ ਰਹੇ ਸੀ, ਉਸ ਦੇ ਵਿੱਚ ਇੰਨੀ ਜਗ੍ਹਾ ਪਿੱਛੇ ਖਾਲੀ ਸੀ, ਉਹ ਤੁਸੀਂ ਸਾਰਾ ਹੀ ਮਿਲ ਲਿਆ। ਤੇ ਦੇਖੋ ਨਾ ਕਿੱਡਾ ਵੱਡਾ, ਓਹੋ ਸਰ ਆਹ ਤਾਂ ਅਸੀਂ ਦੇਖਿਆ ਹੀ ਨਹੀਂ ਹੈਗਾ। ਮੈਂ ਕਿਹਾ ਆਹੀ ਚੀਜ਼ ਦੇਖਣੀ, ਤੇ ਜਿਹੜੀ ਅਸੀਂ ਐਸੇ ਪੜ੍ਹਾਉਂਦੇ ਹਾਂ ਨਾ, ਤੁਸੀਂ ਤਾਂ ਆਪ DC ਰਹੇ ਹੋ, SDM ਰਹੇ ਹੋ, ਕਿ ਪਲਾਨਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ। ਚਾਹੇ ਉਹ ਬੱਚਾ ਹੈ, ਚਾਹੇ ਉਹ ਵੱਡਾ ਹੈ, ਚਾਹੇ ਉਹ ਨੇਤਾ ਹੈ, ਜੇ ਪਲਾਨਿੰਗ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ ਨਾ। ਤਾਂ ਉਹ ਪਲਾਨਿੰਗ ਹੈ ਜਿਹੜੀ ਉਹ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਨਾਲ ਇੱਕਦਮ ਨਹੀਂ ਕੁਝ ਵੀ ਕਰਨਾ, ਪਲਾਨ ਕਰਕੇ ਕਰਨਾ। ਮੈਨੂੰ ਯਾਦ ਆ ਰਹੀ ਹੈ ਗੱਲ ਕਿ ਕਿਸੇ ਨੇ ਕਿਹਾ ਵੀ ਆਇਨਸਟਾਈਨ ਨੂੰ ਕੁਐਸਚਨ ਕੀਤਾ ਕਿ ਸਰ ਤੁਸੀਂ ਇਹ ਦੱਸੋ ਕਿ ਜੇ ਤੁਹਾਨੂੰ ਇਹ ਦੱਸ ਦਿੱਤਾ ਜਾਵੇ ਕਿ ਹੁਣ ਤੋਂ 1 ਘੰਟੇ ਦੇ ਬਾਅਦ ਜਿਹੜੀ ਦੁਨੀਆ ਖਤਮ ਹੋ ਜਾਣੀ ਹੈ, ਤਬਾਹ ਹੋ ਜਾਣੀ ਹੈ, ਤਾਂ ਤੁਸੀਂ ਕੀ ਕਰੋਗੇ ਜੀ, ਕੁਐਸਚਨ। ਉਹਦਾ ਜਵਾਬ ਬੜਾ ਪਿਆਰਾ ਸੀ। ਉਹ ਕਹਿੰਦੇ ਵੀ ਮੈਂ 55 ਮਿੰਟ ਪਲਾਨਿੰਗ ਕਰੂੰਗਾ ਜੀ, 55 ਮਿੰਟ ਪਲਾਨਿੰਗ ਕਰੂੰਗਾ ਔਰ 5 ਮਿੰਟ ਦੇ ਵਿੱਚ ਐਗਜ਼ੀਕਿਊਟ ਕਰੂੰਗਾ ਜੀ। ਦੇਖੋ ਕਿੱਡਾ ਜ਼ਬਰਦਸਤ ਕੰਸੈਪਟ ਦੇ ਗਏ ਸਾਨੂੰ। ਮੀਨਸ ਪਲਾਨਿੰਗ ਤੇ ਅਸੀਂ ਸਟ੍ਰੈਸ ਦਈਏ, ਪਲਾਨਿੰਗ ਕਰੀਏ ਕਿ ਬੱਚੇ ਨੂੰ ਪੜ੍ਹਾਇਆ ਕਿਵੇਂ ਜਾਣਾ, ਬੱਚੇ ਦੇ ਲਈ ਇਹ ਚੀਜ਼ਾਂ ਕਿੱਥੋਂ ਆਉਣਗੀਆਂ, ਬੱਚਾ ਕੀ ਕਰੂਗਾ, ਕਿਵੇਂ ਘਰੇ ਪੜ੍ਹ ਸਕਦਾ ਨਹੀਂ ਪੜ੍ਹ ਸਕਦਾ, ਉਹਨੂੰ ਕੀ ਸੋਰਸਿਸ ਅਵੇਲੇਬਲ ਕਰਵਾਵਾਂਗੇ। ਉਹ ਬੱਚਾ ਘਰ ਜਾ ਕੇ, ਉਹਦੇ ਮਾਤਾ ਪਿਤਾ ਨੇ ਤਾਂ ਕਦੇ ਸਾਇੰਸ ਨਹੀਂ ਪੜ੍ਹੀ ਹੈ, ਪਰ ਅਸੀਂ ਉਸ ਬੱਚੇ ਨੂੰ ਸਾਇੰਸ ਪੜ੍ਹਾਉਣਾ ਚਾਹੁੰਦੇ ਹਾਂ ਜਿਨ੍ਹਾਂ ਦੇ ਘਰ ਦੇ ਵਿੱਚ ਸਾਇੰਸ ਹੈ, ਲੇਕਿਨ ਉਸ ਨੂੰ ਸਾਇੰਸ ਦੇ ਬਾਰੇ ਪਤਾ ਨਹੀਂ ਹੈ ਜੀ। ਪਲਾਨਿੰਗ ਚਾਹੀਦੀ ਹੈ ਇਸ ਦੀ ਸਾਰੇ ਦੀ। ਇਹ ਥੋੜਾ ਵੀ ਉਹਨੂੰ ਕਿਤਾਬਾਂ ਲੈ ਕੇ ਦੇਤੀਆਂ ਤੇ ਪੜ੍ਹ ਗਿਆ ਸਾਇੰਸ ਜੀ, ਫਿਰ ਉਹ ਜੇ ਸਾਇੰਸ ਪੜ੍ਹਦੇ ਉਹ ਜਿਹੇ ਫਿਰ ਪੁੱਲ ਡਿੱਗੀ ਜਾਂਦੇ ਆ ਸਾਡੇ ਜੀ। ਜੀ ਜਸਵਿੰਦਰ ਸਿੰਘ ਜੀ, ਤੁਹਾਨੂੰ 2 ਵਾਰ ਰਾਸ਼ਟਰਪਤੀ ਸਾਹਿਬ ਤੋਂ ਤੁਹਾਨੂੰ ਅਵਾਰਡ ਮਿਲੇ, ਨੈਸ਼ਨਲ ਅਵਾਰਡੀ ਹੋ ਤੁਸੀਂ, ਇੱਕ ਵਾਰ ਤੁਹਾਨੂੰ ਸਟੇਟ ਗਵਰਨਮੈਂਟ ਤੋਂ ਤੁਹਾਨੂੰ ਸਿੱਖਿਆ ਰਤਨ ਦਾ ਅਵਾਰਡ ਮਿਲਿਆ। ਸਾਨੂੰ ਆਪਣੇ ਅਵਾਰਡਸ ਦੇ ਬਾਰੇ ਦੱਸੋ ਪਲੀਜ਼। ਦੇਖੋ ਸਰਦਾਰ ਪ੍ਰਭਜੋਤ ਸਿੰਘ ਜੀ, ਕਿ ਅਵਾਰਡਸ ਹੈ ਜਿਹੜੇ ਉਹ ਸਰਕਾਰਾਂ ਦੇ ਕੰਮ ਹੁੰਦੇ ਆ ਕਿ ਰਿਕਗਨਾਈਜੇਸ਼ਨ ਦੇਣੀ, ਹੈ ਨਾ। ਤੇ ਸਭ ਤੋਂ ਵੱਡਾ ਅਵਾਰਡ ਉਹ ਹੋਇਆ ਕਰਦਾ ਕਿ ਜਦੋਂ ਸਮਾਜ ਦੇ ਵਿੱਚ ਇੱਕ ਵਿਅਕਤੀ ਵੀ ਤੁਹਾਡੇ ਕੋਲ ਆ ਕੇ ਇਹ ਕਹਿ ਦੇਵੇ ਨਾ ਕਿ ਮੈਨੂੰ ਤੁਹਾਡੀ ਇਹ ਵਾਲੀ ਗੱਲ ਬੜੀ ਪਸੰਦ ਆਈ ਹੈ ਜੀ, ਤੇ ਇੱਕ ਬੱਚਾ ਕਲਾਸ ਦੇ ਵਿੱਚ ਉੱਠ ਕੇ ਆਪਣੀ ਸਮਾਈਲ ਦੇ ਦੇਵੇ, ਕਲਾਸ 'ਚ ਟੀਚਰ ਨੂੰ ਪੜ੍ਹਾਉਂਦੇ ਆ, ਟੀਚਰ ਨੂੰ ਦੇਖ ਕੇ ਨਹੀਂ, ਉਸ ਕੰਸੈਪਟ ਨੂੰ ਦੇਖ ਕੇ ਕਿ ਮੈਨੂੰ ਸਮਝ ਆ ਗਿਆ ਇਹ ਕੰਸੈਪਟ, ਔਰ ਟੀਚਰ ਲਈ ਸਭ ਤੋਂ ਵੱਡਾ ਅਵਾਰਡ ਹੋਇਆ ਕਰਦਾ ਜੀ। ਤੇ ਕਿਉਂਕਿ ਇੱਕ ਛੋਟੀ ਜਮਾਤ ਦਾ ਬੱਚਾ ਤਾਂ ਉਦੋਂ ਖੁਸ਼ ਹੁੰਦਾ ਕਿ ਜਦੋਂ ਉਹ ਖੁਦ ਕਰਕੇ ਦੇਖ ਰਿਹਾ ਹੁੰਦਾ ਜੀ। ਤਾਂ ਜਦੋਂ ਉਹ ਖੁਦ ਲਿਖ ਰਿਹਾ ਹੁੰਦਾ ਨਾ, ਤੇ ਉਹਦਾ ਆਨਸਰ ਮੈਚ ਕਰ ਜੇ, ਤੇ ਟੀਚਰ ਕਹੇ ਕਿ ਪਿੱਛੇ ਦੇ ਕੇ ਹੀ ਆਨਸਰ ਆ ਰਿਹਾ, ਤਾਂ ਉਹਦੀ ਖੁਸ਼ੀ ਦੇ ਪਲ ਉਹ ਦੇਖਣ ਵਾਲੇ ਹੁੰਦੇ ਆ ਵੀ ਵਾਕਈ ਵੀ ਮੈਂ ਕਰ ਲਿਆ ਹੈ ਜੀ। ਤਾਂ ਇਹ ਚੀਜ਼ਾਂ ਜਿਹੜੀਆਂ, ਇਸੇ ਤਰ੍ਹਾਂ ਹੀ ਜਦੋਂ ਕੋਈ ਇਨਸਾਨ ਕੰਮ ਕਰ ਰਿਹਾ, ਸਮਾਜ ਦੇ ਵਿੱਚ ਕੰਮ ਕੀਤਾ ਜਾ ਰਿਹਾ, ਤਾਂ ਉਸ ਦੇ ਲਈ ਰਿਕਗਨਾਈਜੇਸ਼ਨ ਮਿਲਦੀ ਹੈ। ਤਾਂ ਪੰਜਾਬ ਸਰਕਾਰ ਨੇ ਇਸ ਨੂੰ ਰਿਕਗਨਾਈਜ਼ ਕੀਤਾ। ਸਰਦਾਰ ਕਾਹਨ ਸਿੰਘ ਪੰਨੂ ਜੀ ਸੀਗੇ ਉਸ ਵੇਲੇ ਸਾਡੇ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ, ਤੇ ਉਹਨਾਂ ਨੂੰ ਇਹ ਕੰਸੈਪਟ ਬੜਾ ਪਿਆਰਾ ਲੱਗਿਆ ਕਿ ਇੱਕ ਬੰਦਾ ਜਿਹੜਾ ਹੈ ਆਪਣੀ ਕਾਰ ਦੇ ਵਿੱਚ ਹੀ ਲੈਬ ਬਣਾ ਕੇ ਘੁੰਮੀ ਜਾਂਦਾ ਔਰ ਲੋਕਾਂ ਨੂੰ ਦੱਸੀ ਜਾਂਦਾ ਹੈ। ਤਾਂ ਉਹਨਾਂ ਨੇ ਮੈਨੂੰ ਬੁਲਾਇਆ ਤੇ ਉੱਥੇ ਸਿੱਖਿਆ ਰਤਨ ਦਾ ਅਵਾਰਡ ਮਤਲਬ
ਉਹਨਾਂ ਨੇ ਦਿੱਤਾ, ਜੀ ਸਟੇਟ ਅਵਾਰਡ ਮਿਲਿਆ, ਰਾਸ਼ਟਰਪਤੀ ਜੀ ਨੇ ਬੁਲਾ ਲਿਆ, ਰਾਸ਼ਟਰਪਤੀ ਜੀ ਤੋਂ 2 ਵਾਰੀ ਸਨਮਾਨਿਤ ਹੋਣ ਦਾ ਮੌਕਾ ਮਿਲਿਆ, ਤੇ ਉਹਨਾਂ ਦੇ ਕਾਰਕੁਨਾਂ ਨਾਲ ਸ਼੍ਰੀ ਪ੍ਰਣਬ ਮੁਖਰਜੀ ਸੀ 2014 ਦੇ ਵਿੱਚ ਵੀ, 2017 ਦੇ ਵਿੱਚ ਵੀ, ਤੇ ਮਾਲਤੀ ਗਿਆਨਪੀਠ ਪੁਰਸਕਾਰ ਦਿੱਤਾ ਗਿਆ। ਮਤਲਬ ਇਸ ਤਰ੍ਹਾਂ ਦੇ ਹੁਣ ਪਿੱਛੇ ਜੀ ਮੈਨੂੰ 9 ਕੰਟਰੀਜ਼ ਦਾ ਜਿਹੜਾ ਹੈ ਏਸ਼ੀਅਨ ਐਕਸੀਲੈਂਸ ਅਵਾਰਡ 2022 ਉਹ ਵੀ ਮਤਲਬ ਵੀ ਪ੍ਰਾਪਤ ਹੋਇਆ। ਤਾਂ ਇਸ ਤਰ੍ਹਾਂ ਦੇ ਅਵਾਰਡਸ ਜਿਹੜੇ ਉਹ ਠੀਕ ਹੈ ਜਿੱਥੇ ਸਾਨੂੰ ਮਤਲਬ ਵੀ ਪ੍ਰਸ਼ੰਸਾ ਦੇ ਪਾਤਰ ਤਾਂ ਬਣਾਉਂਦੇ ਆ, ਪਰ ਉਸ ਦੇ ਵਿੱਚ ਸਭ ਤੋਂ ਵੱਡਾ ਸਾਡੇ ਲਈ ਇੱਕ ਚੈਲੰਜ ਖੜਾ ਕਰ ਦਿੰਦੇ ਆ ਕਿ ਉਹ ਅਵਾਰਡ ਦੀ ਜਿਹੜਾ ਬੋਝ ਹੈ ਨਾ ਮੇਰੇ ਮੋਢਿਆਂ ਤੇ ਵਧੀ ਜਾਂਦਾ ਕਿ ਮੈਨੇ ਹੋਰ ਕੰਮ ਕਰਨਾ, ਮੈਂ ਹੋਰ ਕੰਮ ਕਰਨਾ, ਮੈਂ ਹੋਰ ਕੰਮ ਕਰਨਾ। ਮੈਂ ਇਸ ਅਵਾਰਡ ਦੇ ਯੋਗਾ ਹੋ ਗਿਆ ਮੈਂ ਜੀ? ਜੇ ਮੈਨੂੰ ਅਵਾਰਡ ਦਿੱਤਾ ਗਿਆ ਤਾਂ ਮੈਨੂੰ ਅਵਾਰਡ ਇਸ ਲਈ ਨਹੀਂ ਦਿੱਤਾ ਗਿਆ ਵੀ ਹਾਂ ਵੀ ਜਸਵਿੰਦਰ ਸਿੰਘ ਲਿਖ ਲੇ ਵੀ ਮੈਂ ਨੈਸ਼ਨਲ ਅਵਾਰਡੀ ਹਾਂ। ਇਸ ਲਈ ਦਿੱਤਾ ਗਿਆ ਕਿ ਜਸਵਿੰਦਰ ਸਿੰਘ ਮਹਿਸੂਸ ਕਰੇ ਕਿ ਇਸ ਨੈਸ਼ਨਲ ਅਵਾਰਡ ਦਾ ਸਮਾਜ ਨੂੰ ਕੀ ਫਾਇਦਾ ਹੋਣ ਜਾ ਰਿਹਾ। ਜੇ ਸਮਾਜ ਨੂੰ ਕੋਈ ਫਾਇਦਾ ਨਹੀਂ ਹੋਣ ਜਾ ਰਿਹਾ ਤਾਂ ਉਹ ਅਵਾਰਡ ਤਾਂ ਇੱਕ ਡਿਗਰੀ ਹੈ। ਫਿਰ ਜੇ ਤੁਸੀਂ ਸਮਾਜ ਨੂੰ ਕੁਝ ਦੇਤਾ ਤਾਂ ਉਹਨਾਂ ਅਵਾਰਡਾਂ ਦੀ ਕੀਮਤ ਹੈ ਜਿਹੜੀ ਉਹ ਹੋਰ ਵੱਧ ਜਾਂਦੀ ਹੈ। ਤਾਂ ਇਸ ਕਰਕੇ ਮੈਂ ਤਾਂ ਇਹ ਕਹਿੰਦਾ ਵੀ ਇੱਕ ਜਿਸ ਤਰ੍ਹਾਂ ਆਪਾਂ ਤਾਂ ਤੁਸੀਂ ਆਪ ਸਾਇੰਸ ਦੇ ਸਟੂਡੈਂਟ ਰਹੇ ਹੋ ਔਰ ਤੁਸੀਂ ਕਿਸ ਤਰ੍ਹਾਂ ਦੇ ਨਾਲ IAS ਦੇ ਵਿੱਚ ਮਿਹਨਤਾਂ ਕੀਤੀਆਂ, ਇੰਜੀਨੀਅਰਿੰਗ ਕੀਤੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ, ਤਾਂ ਅਸੀਂ ਤੁਹਾਡੇ ਤੋਂ ਮੋਟੀਵੇਸ਼ਨ ਲੈਂਦੇ ਹਾਂ ਇਸ ਤਰ੍ਹਾਂ ਦੀ ਕਿ ਤੁਸੀਂ ਇੱਕ ਇਸ ਲੈਵਲ ਤੋਂ ਉੱਠ ਕੇ ਇੱਥੇ ਤੱਕ ਪਹੁੰਚ ਗਏ ਤਾਂ ਤੁਹਾਨੂੰ ਪਹੁੰਚਾਉਣ ਵਾਲਾ ਸੀਗਾ ਜਿਹੜਾ ਤੁਹਾਡਾ ਆਪਣਾ ਪੇਰੈਂਟਸ, ਤੁਹਾਡੇ ਟੀਚਰ, ਜਿਨ੍ਹਾਂ ਨੇ ਇਹ ਸੋਚਿਆ ਕਿ ਇਹ ਬੱਚਾ ਜਿਹੜਾ ਹੈ ਕੁਝ ਕਰਕੇ ਦਿਖਾ ਸਕਦਾ, ਤਾਂ ਤੁਹਾਡੇ ਵਿੱਚ ਉਹਨਾਂ ਨੂੰ ਕੁਝ ਨਜ਼ਰ ਆਇਆ। ਤੇ ਜਦ ਤੱਕ ਮੈਂ ਇਹ ਗੱਲ ਕਹਿਣਾ ਹੁੰਦਾ ਹਰ ਇੱਕ ਅਧਿਆਪਕ ਨੂੰ ਜਦੋਂ ਮੈਂ ਉਹਨਾਂ ਦੀਆਂ ਟ੍ਰੇਨਿੰਗਸ ਲੈਣਾ ਕਿ ਤੁਸੀਂ ਬੱਚਿਆਂ ਨੂੰ ਪੜ੍ਹਾਇਆ ਨਾ ਕਰੋ ਬਹੁਤਾ, ਕਹਿੰਦੇ ਸਰ ਤੁਸੀਂ ਕਹਿ ਰਹੇ ਹੋ, ਤੁਸੀਂ ਤਾਂ ਰਿਸੋਰਸ ਪਰਸਨ ਹੋ ਸਾਡੇ। ਮੈਂ ਕਿਹਾ ਅਗਲੀ ਗੱਲ ਵੀ ਸੁਣ ਲਓ ਨਾ, ਮੈਂ ਕਹਿ ਰਿਹਾ ਵੀ ਬੱਚਿਆਂ ਨੂੰ ਪੜ੍ਹਿਆ ਕਰੋ। ਤੁਸੀਂ ਬੱਚੇ ਨੂੰ ਪੜ੍ਹਦੇ ਨਹੀਂ ਹੋ, ਬੱਚੇ ਨੂੰ ਪੜ੍ਹਾਈ ਜਾਂਦੇ ਹੋ। ਪੜ੍ਹੋ ਉਸ ਨੂੰ ਰੀਡਿੰਗ ਲਓ ਕਿ ਉਹ ਚਾਹੁੰਦਾ ਕੀ ਹੈ, ਉਹ ਕਰਨਾ ਤਾਂ ਕੁਝ ਹੋਰ ਚਾਹ ਰਿਹਾ ਹੁੰਦਾ, ਉਹ ਦੱਸਣਾ ਚਾਹ ਰਿਹਾ ਹੁੰਦਾ, ਤੁਸੀਂ ਕਹਿੰਦੇ ਬਹਿ ਜਾ ਜੀ, ਉਹ ਕੁਝ ਲੈ ਕੇ ਆ ਰਿਹਾ ਹੁੰਦਾ, ਉਹਦੇ ਦਿਮਾਗ 'ਚ ਕੰਸੈਪਟ ਚੱਲ ਰਿਹਾ ਕੁਝ ਨਾ ਕੁਝ, ਤਾਂ ਉਹ ਬੱਚੇ ਤੁਹਾਨੂੰ ਬਹੁਤ ਕੁਝ ਦੇ ਸਕਦੇ ਆ। ਪ੍ਰਭਜੋਤ ਸਿੰਘ ਜੀ, ਇਹ ਜਿਹੜਾ ਹੈਗਾ ਸਾਡਾ ਸਮਾਜ ਹੈ ਨਾ, ਇਸ ਦੇ ਵਿੱਚ ਬਹੁਤ ਕੁਝ ਪਿਆ, ਲੇਕਿਨ ਐਕਸਟ੍ਰੈਕਟ ਕਿਵੇਂ ਕਰਨਾ ਉਸ ਨੂੰ ਅਸੀਂ, ਇਹ ਸਾਡੇ ਤੇ ਡਿਪੈਂਡ ਕਰਦਾ। ਤੇ ਇਹ ਸਾਡੇ ਤੇ ਤਾਂ ਡਿਪੈਂਡ ਕਰਦਾ ਕਿ ਜੇ ਤੁਹਾਡੇ 'ਚ ਇੰਟਰਨਲੀ ਪੈਸ਼ਨ ਹੋਵੇ, ਜਨੂਨ ਹੋਣਾ ਚਾਹੀਦਾ ਕਿਸੇ ਕੰਮ ਨੂੰ ਕਰਨ ਦਾ। ਜਿਵੇਂ ਤੁਹਾਡੇ 'ਚ ਜਨੂਨ ਹੈ, ਮੈਂ ਦੇਖਿਆ ਜੀ, ਮੈਂ ਤਾਂ ਬਹੁਤ ਸਾਰੇ DC ਸਾਹਿਬਾਨ ਨੂੰ ਮਿਲਣ ਦਾ ਮੌਕਾ ਮਿਲਿਆ ਪਰ ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਗੱਲ ਕਰਨ ਦਾ, ਤੇ ਮੈਂ ਤਾਂ ਇੰਨਾ ਮਤਲਬ ਪ੍ਰਾਊਡ ਫੀਲ ਕਰ ਰਿਹਾ ਕਿ ਇੱਕ DC ਸਾਹਿਬ ਮੇਰੇ ਕੋਲ ਬੈਠੇ ਹੈ ਤੇ ਅਸੀਂ ਆਪਸ ਦੇ ਵਿੱਚ ਵਿਚਾਰ ਕਰ ਰਹੇ ਹਾਂ, ਔਰ ਵਿਚਾਰ ਵੀ ਐਸੀ ਸਾਰਥਕ ਵਿਚਾਰ ਕਰ ਰਹੇ ਹਾਂ ਜਿਸ ਦਾ ਸਮਾਜ ਨੂੰ ਫਾਇਦਾ ਹੋਣ ਵਾਲਾ ਜੀ, ਤਾਂ ਬੜੀ ਖੁਸ਼ੀ ਹੁੰਦੀ ਹੈ। ਤੇ ਐਂਡ ਵਿੱਚ ਮੈਂ ਤੁਹਾਨੂੰ ਇਸ ਤੋਂ ਬਾਅਦ ਅਸੀਂ ਤੁਹਾਨੂੰ ਲੈਬ ਆਫ ਵੀਲਸ ਦਿਖਾਵਾਂਗੇ। ਸਰੋਤਿਓ, ਅਸੀਂ ਲੈਬ ਆਫ ਵੀਲਸ ਦਿਖਾਵਾਂਗੇ ਸਾਰਾ, ਜਿਸ ਤਰ੍ਹਾਂ ਐਕਸਪੈਰੀਮੈਂਟ ਤੁਹਾਨੂੰ ਕਰਕੇ ਵੀ ਦਿਖਾਣਗੇ, ਜੋ ਮੇਨ ਐਕਸਪੈਰੀਮੈਂਟ ਅੱਜ ਅਸੀਂ ਕਰ ਸਕਾਂਗੇ। ਮੈਥਮੈਟਿਕਸ ਦੇ ਟੇਬਲ ਵੀ ਤੁਹਾਨੂੰ ਦਿਖਾਵਾਂਗੇ, ਡਿਫੀਕਲਟ ਤੋਂ ਡਿਫੀਕਲਟ ਡਿਜਿਟ ਜਿਹੜੀ ਹੈ ਉਹ ਤੁਹਾਨੂੰ ਦੱਸਣਗੇ ਟੇਬਲ ਕਿਸ ਤਰ੍ਹਾਂ ਬਣਾਉਂਦੇ ਆ। ਆਪਣੇ 2 ਏਰੀਆਜ਼ ਰਹਿ ਗਏ ਨੇ ਜੀ। ਇੱਕ ਤਾਂ ਤੁਹਾਡਾ ਪੋਸਟ ਗ੍ਰੈਜੂਏਸ਼ਨ ਐਜੂਕੇਸ਼ਨਲ ਬੈਕਗਰਾਊਂਡ 'ਚ ਰਹਿ ਗਿਆ। MSc ਤੁਸੀਂ ਕਿੱਥੋਂ ਕੀਤੀ? ਤੁਸੀਂ ਦੋ ਜਗ੍ਹਾ ਤੋਂ MSc ਕੀਤੀ ਹੈ, ਤੁਸੀਂ ਦੱਸਿਆ ਮੈਨੂੰ। ਤੇ ਇੱਕ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਜਿਹੜਾ ਸੈਕਿੰਡ ਕੁਐਸਚਨ ਹੈ, ਕਿ ਤੁਹਾਡਾ ਫੈਲੋ ਟੀਚਰਸ ਨੂੰ ਕੀ ਮੈਸੇਜ ਹੈ? ਕਿਉਂਕਿ ਮੈਂ ਕਈ ਸਕੂਲ 'ਚ, ਹਰਿਆਣੇ ਦੇ ਕਈ ਸਕੂਲ 'ਚ ਮੈਂ ਵਿਜ਼ਿਟ ਕੀਤਾ ਹੈ, ਮੈਂ SDM ADC DC ਰਿਹਾ ਫੀਲਡ ਦੇ ਵਿੱਚ। ਮੈਂ ਦੇਖਿਆ ਕਿ ਜਿਹੜੇ ਸਕੂਲ ਤਾਂ ਪ੍ਰਿੰਸੀਪਲ ਮੇਨਟੇਨ ਕਰਕੇ ਰੱਖਦੇ ਨੇ, ਪ੍ਰਿੰਸੀਪਲ ਬਹੁਤ ਇੰਟਰਸਟ ਲੈਂਦੇ ਨੇ, ਉਹ ਸਰਪੰਚ ਤੋਂ ਵੀ ਫੰਡਸ ਲੈਣਗੇ, ਉਹ ਹੋਰ ਜਗ੍ਹਾ ਤੋਂ DC ਸਾਹਿਬ ਤੋਂ ਵੀ ਫੰਡ ਲੈਣਗੇ, ADC ਤੋਂ ਵੀ ਫੰਡ ਲੈਣਗੇ, ਸਕੂਲ ਨੂੰ ਅੱਛਾ ਮੇਨਟੇਨ ਕਰਕੇ ਰੱਖਦੇ ਹੈ। ਤੇ ਜਿਹੜੇ ਪ੍ਰਿੰਸੀਪਲ ਦਾ ਖੁਦ ਦਾ ਇੰਟਰਸਟ ਨਹੀਂ ਹੁੰਦਾ, ਉਹਨਾਂ ਦਾ ਸਕੂਲ ਐਂਟਰ ਕਰੋ ਤੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਬੜਾ ਸ਼ੈਬੀ ਕੰਡੀਸ਼ਨ ਦੇ ਵਿੱਚ ਹੈ। ਸੋ ਤੁਹਾਡਾ ਫੈਲੋ ਟੀਚਰਸ, ਪ੍ਰਿੰਸੀਪਲ ਵਾਸਤੇ ਕੀ ਮੈਸੇਜ ਹੈ? ਤੇ ਫੈਲੋ ਸਟੂਡੈਂਟਸ ਦੇ ਵਾਸਤੇ, ਤੁਹਾਡੇ ਸਟੂਡੈਂਟਸ ਦੇ ਵਾਸਤੇ ਜਿਹੜੇ ਸਾਇੰਸ ਆਪਟ ਕਰਨਾ ਚਾਹੁੰਦੇ ਨੇ +1 +2, ਇਹ ਆਪਣੇ 3 ਸਵਾਲ ਨੇ ਜੀ। ਠੀਕ ਹੈ ਜੀ। ਸੋ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਤੁਹਾਡੀ ਐਜ਼ ਅ ਪੋਸਟ ਗ੍ਰੈਜੂਏਸ਼ਨ ਤੋਂ। ਹਾਂ, ਤਾਂ ਮੈਂ ਇੱਥੇ ਦੱਸਣਾ ਚਾਹਾਂ 2002 ਦੇ ਵਿੱਚ ਮੈਨੂੰ ਮੌਕਾ ਮਿਲਿਆ ਡਿਊਰਿੰਗ ਸਰਵਿਸ। ਮੇਰੇ ਮਨ ਦੇ ਵਿੱਚ ਆਇਆ ਕਿਉਂਕਿ ਮੇਰੇ ਬ੍ਰਦਰ ਅੱਜ ਕੱਲ੍ਹ ਡੀਨ ਹੈ ਅਕੈਡਮਿਕਸ ਦੇ ਥਾਪਰ ਯੂਨੀਵਰਸਿਟੀ ਦੇ ਵਿੱਚ, ਤਾਂ ਉਹ ਕੰਪਿਊਟਰ ਸਾਇੰਸ ਦੇ ਵਿੱਚ ਉਹਨਾਂ ਦਾ ਵਰਲਡ ਦੇ ਵਿੱਚ 26th ਰੈਂਕ ਹੋਣ ਕਰਕੇ ਐਥੀਕਲ ਹੈਕਿੰਗ ਦੇ ਵਿੱਚ, ਤਾਂ ਮੈਨੂੰ ਬੜਾ ਹੋਇਆ ਵੀ ਮੈਂ ਵੀ ਕੰਪਿਊਟਰ ਕਰਾਂ, ਘਰ ਦੇ ਵਿੱਚ ਚੀਜ਼ਾਂ ਕਿਵੇਂ ਮਿਲਦੀਆਂ। ਤਾਂ ਮੇਰਾ ਇੰਟਰਸਟ ਜਾਗ ਗਿਆ ਤੇ ਮੈਂ ਕੰਪਿਊਟਰ ਦੇ ਲਈ CIC ਸਰਟੀਫਿਕੇਟ ਇਨ ਕੰਪਿਊਟਿੰਗ ਕਰ ਲਿਆ, ਇੱਕ 6 ਮਹੀਨੇ ਦਾ ਕੋਰਸ ਸੀਗਾ ਜੀ। ਤੇ ਉਸ ਤੋਂ ਬਾਅਦ ਮੈਨੂੰ ਮੌਕਾ ਮਿਲ ਗਿਆ ਜਿਹੜਾ ਹੈ MSc ਕੰਪਿਊਟਰ ਸਾਇੰਸ ਕਰਨ ਦਾ। ਤਾਂ ਜਦੋਂ ਮੈਂ MSc ਕੰਪਿਊਟਰ ਸਾਇੰਸ ਕੀਤੀ MDU ਰੋਹਤਕ ਤੋਂ, ਤਾਂ ਫਿਰ ਉਸ ਦੇ ਵਿੱਚ ਮੇਰੀ ਡਿਸਟਿੰਕਸ਼ਨ ਮਿਲੀ ਮੈਨੂੰ। ਤਾਂ ਉਸ ਤੋਂ ਬਾਅਦ ਫਿਰ ਕੁਝ ਸਾਲਾਂ ਦੇ ਬਾਅਦ ਮੇਰੇ ਦਿਮਾਗ ਦੇ ਵਿੱਚ ਆਇਆ ਕਿ MSc ਫਿਜ਼ਿਕਸ ਜਿਹੜੀ ਹੈ ਉਹ ਕਰ ਲੈਣੀ ਚਾਹੀਦੀ ਹੈ ਜੀ। ਤਾਂ ਪੈਰੀਆਰ ਯੂਨੀਵਰਸਿਟੀ ਤਾਮਿਲਨਾਡੂ ਸਟੇਟ ਯੂਨੀਵਰਸਿਟੀ ਹੈ ਜਿਹੜੀ, ਉਸ ਤੋਂ ਮੈਂ MSc ਫਿਜ਼ਿਕਸ ਕਰ ਲਈ। ਤੇ ਇਸ ਤਰ੍ਹਾਂ ਹੀ ਫਿਰ MPhil
ਫਿਰ ਸਾਡੀ ਬੀਐਡ ਅਸੀਂ ਪਹਿਲਾਂ ਕੀਤੀ ਹੋਈ ਸੀ, BSc ਬੀਐਡ ਸੀਗਾ ਮੈਂ। ਤੇ ਇਸ ਤਰ੍ਹਾਂ ਹੀ ਫਿਰ ਇੱਕ ਆਸਟ੍ਰੇਲੀਅਨ ਯੂਨੀਵਰਸਿਟੀ ਨੇ ਮੈਨੂੰ ਆਨਰੇਰੀ ਜਿਹੜਾ ਹੈ ਆਨਰੇਰਿਸ ਕੌਸਾ ਜਿਹੜਾ ਹੈਗਾ ਇਸ ਲੈਬ ਦੇ ਕਾਰਨ ਕਰਕੇ ਡਾਕਟਰੇਟ ਦੀ ਡਿਗਰੀ ਹੈ ਜਿਹੜੀ ਉਹ ਪ੍ਰਦਾਨ ਕੀਤੀ। ਜੀ ਜੀ। ਤੇ ਇਸ ਦੇ ਨਾਲ ਹੀ ਕੰਪਿਊਟਰ ਸਾਇੰਸਿਸ ਦੇ ਵਿੱਚ ਜਿਹੜੀ ਹੈ ਡਾਕਟਰੇਟ ਮੈਂ ਉਹਦੇ ਵਿੱਚ ਕੰਪਲੀਸ਼ਨ 'ਤੇ ਹੀ ਹੈ। ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਵੀ ਕਰਦੇ ਨਾਲ ਨਾਲ ਪੜ੍ਹਾਈ ਕਰਨੀ ਬਹੁਤ ਜ਼ਰੂਰੀ ਹੈ ਜੀ। ਕਿਉਂਕਿ ਜੇ ਤੁਸੀਂ ਅਪਡੇਟ ਨਹੀਂ ਨਾ ਰੱਖੋਗੇ ਆਪਣੇ ਆਪ ਨੂੰ, ਤੇ ਜਿਸ ਤਰ੍ਹਾਂ ਤੁਸੀਂ ਸਕੂਲ ਦੇ ਪ੍ਰਿੰਸੀਪਲ ਦੀ ਗੱਲ ਕਰ ਰਹੇ ਸੀ, ਹੈਡਸ ਦੀ ਗੱਲ ਕਰ ਰਹੇ ਸੀਗੇ ਕਿ ਜਿਸ ਦਾ ਆਪਣਾ ਇੰਟਰਸਟ ਹੈ, ਤਾਂ ਉਹ ਉਸ ਦਾ ਜਿਹੜਾ ਇੰਟਰਸਟ ਹੈ ਉਹ ਠੀਕ ਹੈ, ਲੇਕਿਨ ਉਸ ਦੇ ਇੰਟਰਸਟ ਦੇ ਨਾਲ ਗਵਰਨਮੈਂਟ ਨੂੰ ਚਾਹੀਦਾ ਹੈ ਕਿ 1 ਸਾਲ ਦੇ ਵਿੱਚ 2 ਵਾਰੀ ਘੱਟੋ ਘੱਟ ਜੀ ਸਾਰੇ ਪ੍ਰਿੰਸੀਪਲਸ ਦੀ ਪ੍ਰਿੰਸੀਪਲ ਲੈਵਲ ਦੀ ਟ੍ਰੇਨਿੰਗ। ਫਰਜ਼ੀ ਨਾ ਹੋਵੇ ਵੀ ਹਾਂਜੀ ਬੁਲਾ ਲਿਆ ਤੇ ਉਹਨਾਂ ਨੂੰ ਉਹੀ ਪੁਰਾਣੀਆਂ ਜਿਹੀਆਂ ਗੱਲਾਂ ਉਹਨਾਂ ਤੋਂ ਉੱਥੇ ਕਰਵਾਇਆ ਜਾਵੇ। ਇੱਕ ਸਕੂਲ ਬਣਾ ਕੇ ਰੱਖਣ, ਇੱਕ ਸਪੈਸ਼ਲ ਮਾਡਲ ਸਕੂਲ ਹੋਵੇ, ਉਸ ਦੇ ਵਿੱਚ ਜਾ ਕੇ ਉਸ ਨੂੰ ਟਾਈਮ ਦਿੱਤਾ ਜਾਵੇ ਕਿ ਇਸ ਸਕੂਲ ਦੇ ਵਿੱਚ ਤੂੰ ਇਹ ਬੈਠ ਕੇ ਕਿਵੇਂ ਕਰਨਾ। ਜਿਵੇਂ ਤੁਹਾਡੀਆਂ IAS ਦੀ ਇੰਟਰਵਿਊਜ਼ ਹੁੰਦੀਆਂ, ਤੇ ਮੈਂ ਬੱਚਿਆਂ ਨਾਲ ਅਕਸਰ ਇਹ ਕੁਐਸਚਨ ਸਾਂਝਾ ਕਰਿਆ ਕਰਦਾ ਕਿ ਉੱਥੇ ਕੁਐਸਚਨ ਇਹ ਪਤਾ ਨਹੀਂ ਵੀ ਕਿਹੜਾ ਆ ਜਾਣਾ। ਮੈਨੂੰ ਯਾਦ ਆ ਰਿਹਾ ਵੀ ਇੱਕ ਬੱਚੇ ਨੂੰ IAS ਦੀ ਇੰਟਰਵਿਊ ਦੇ ਵਿੱਚ ਕੁਐਸਚਨ ਕੀਤਾ ਗਿਆ, ਮੈਂ ਕਿਤੇ ਪੜ੍ਹ ਰਿਹਾ ਸੀਗਾ ਕਿ ਬੇਟਾ ਇਹ ਤੂੰ ਜਿਹੜੀ ਕਮੀਜ਼ ਪਾ ਕੇ ਇਹਦੇ ਬਟਨ ਦੱਸ ਕਿੰਨੇ ਆ। ਦੇਖੋ ਕਿੱਡੀ ਜ਼ਬਰਦਸਤ ਗੱਲ ਸੀਗੀ ਕਿ ਜਿਹੜੀ ਕਮੀਜ਼ ਦੇ ਮੈਂ ਬਟਨ ਹਰ ਰੋਜ਼ ਪਾ ਕੇ ਬੰਦ ਕਰਦਾ ਤੇ ਮੈਨੂੰ ਉਹਨਾਂ ਦੀ ਗਿਣਤੀ ਨਹੀਂ ਪਤਾ, ਤੇ ਮੈਂ ਚਾਹੁੰਦਾ ਵੀ ਮੈਂ ਆਪਣਾ ਜ਼ਿਲ੍ਹਾ ਸੰਭਾਲ ਲੂੰਗਾ। ਜਸਟ ਇਮੈਜਿਨ। ਤਾਂ ਮਤਲਬ ਵੀ ਅਸੀਂ ਕਿੱਥੇ ਲੈ ਕੇ ਜਾਣਾ ਚਾਹੁੰਦੇ ਹਾਂ ਆਪਣੇ ਬੱਚੇ ਨੂੰ, ਤੇ ਉਸ ਦਾ ਕੈਲੀਬਰ ਕੀ ਹੋਣਾ ਚਾਹੀਦਾ। ਤੇ ਐਵੇਂ ਨਹੀਂ ਇਹ ਜਿਹੜਾ ਹੈ IAS ਤੇ PCS ਹੋ ਜਾਂਦੀ ਹੈ। ਇਸ ਲਈ ਇਹ ਕਿਹਾ ਜਾਂਦਾ ਵੀ ਇਹਦੇ ਲਈ ਬਹੁਤ ਸਾਰਾ ਮਤਲਬ ਵੀ ਪ੍ਰੈਜ਼ੈਂਸ ਆਫ ਮਾਈਂਡ ਚਾਹੀਦਾ। ਤੇ ਇਹਦੇ ਲਈ ਉਹ ਜਿਹੜੀਆਂ ਸਾਨੂੰ ਸੁਣਾਈਆਂ ਜਾਂਦੀਆਂ ਸੀ ਨਾ ਅਕਬਰ ਬੀਰਬਲ ਦੀਆਂ ਕਹਾਣੀਆਂ, ਵੀ ਬੀਰਬਲ ਕਿਵੇਂ ਲੱਭ ਲੈਂਦਾ ਸੀਗਾ ਫਟਾਫਟ, ਪ੍ਰੈਜ਼ੈਂਸ ਆਫ ਮਾਈਂਡ ਸੀ ਨਾ ਉਹਦਾ। ਤਾਂ ਪ੍ਰੈਜ਼ੈਂਸ ਆਫ ਮਾਈਂਡ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਪ੍ਰੈਜ਼ੈਂਸ ਆਫ ਮਾਈਂਡ ਪ੍ਰਿੰਸੀਪਲ ਦਾ, ਟੀਚਰ ਦਾ, ਉਹ ਬੱਚੇ ਦਾ, ਇਹ ਸਭ ਦਾ ਜ਼ਰੂਰੀ ਹੈ। ਕਿਉਂਕਿ ਅਕਸਰ ਮੈਨੂੰ ਹੁਣ ਇੱਕ ਗੱਲ ਹੋਰ ਯਾਦ ਆ ਗਈ, ਮੈਂ ਤੁਹਾਡਾ ਟਾਈਮ ਤਾਂ ਜ਼ਰੂਰ ਲੈ ਰਿਹਾ, ਕਿ ਇੱਕ ਗੱਲ ਕਹੀ ਜਾਇਆ ਕਰਦੀ ਸੀਗੀ ਕਲਾਸ ਦੇ ਵਿੱਚ, ਇਹ ਧਿਆਨ ਨਾਲ ਸੁਣ। ਮੈਂ ਅਕਸਰ ਇਹ ਹੁਣ ਰਿਪੀਟ ਕਰਦਾ, ਤੇ ਮੈਂ ਇਸ ਦੇ ਬਾਰੇ ਬੜਾ ਸੋਚਿਆ। ਮੈਂ ਕਿਹਾ ਸਾਰਿਆਂ ਨੇ ਕਿਹਾ ਵੀ ਧਿਆਨ ਨਾਲ ਸੁਣ, ਧਿਆਨ ਨਾਲ ਸੁਣ, ਪਰ ਸੁਣਦੇ ਤਾਂ ਕੰਨਾਂ ਨਾਲ ਆ। ਟੀਚਰ ਕਹਿ ਰਿਹਾ ਧਿਆਨ ਨਾਲ ਸੁਣ, ਇਸ ਦਾ ਮਤਲਬ ਕਿਤੇ ਨਾ ਕਿਤੇ ਕੋਈ ਚੀਜ਼ ਇਹਦੇ ਵਿੱਚ ਹੈ। ਤੇ ਮੈਂ ਸੋਚਿਆ ਵੀ ਇਹ ਧਿਆਨ ਕੀ ਹੈ ਤੇ ਸੁਣਨਾ ਕੀ ਹੈ। ਇਹਦਾ ਮਤਲਬ ਇਹ 2 ਚੀਜ਼ਾਂ, ਇਹ ਧਿਆਨ ਅਲੱਗ ਹੈ, ਸੁਣਨਾ ਅਲੱਗ ਹੈ। ਧਿਆਨ ਨਾਲ ਸੁਣ ਤਾਂ ਇਹਦਾ ਮਤਲਬ ਧਿਆਨ ਤੇ ਸੁਣਨਾ ਇਕੱਠੇ ਕਰਨੇ। ਧਿਆਨ ਫੋਕਸ, ਸੁਣਨਾ ਕੰਨ ਖੁੱਲੇ ਹੈ, ਕੰਨਾਂ ਦੇ ਉੱਤੇ ਕੋਈ ਢੱਕਣ ਨਹੀਂ ਲਗਾਏ ਗਏ, ਆਲਵੇਜ਼ ਓਪਨ। ਤਾਂ ਜਦੋਂ ਧਿਆਨ ਤੇ ਸੁਣਨਾ ਇਕੱਠੇ ਹੁੰਦੇ ਆ ਤਾਂ ਅੰਡਰਸਟੈਂਡਿੰਗ ਬਣਦੀ, ਅੰਡਰਸਟੈਂਡਿੰਗ ਇਕੱਠੀ ਹੁੰਦੀ ਹੈ ਤਾਂ ਨੌਲੇਜ ਬਣਦੀ, ਨੌਲੇਜ ਆਉਂਦੀ ਹੈ ਤਾਂ ਕੌਨਫੀਡੈਂਸ ਆਉਂਦਾ, ਸੈਲਫ ਕੌਨਫੀਡੈਂਸ ਜਿਸਨੂੰ ਕਹਿੰਦੇ ਆ। ਸੈਲਫ ਕੌਨਫੀਡੈਂਸ ਨਾਲ ਸਕਸੈਸ ਆਉਂਦੀ, ਮੇਰਾ ਤਾਂ ਇਹ ਮੰਨਣਾ। ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਮੈਂ ਟੀਚਰਸ ਨੂੰ ਔਰ ਸਮੂਹ ਵਿਦਿਆਰਥੀਆਂ ਨੂੰ ਇਹੀ ਮੈਂ ਕਹਿਣਾ ਚਾਹਾਂਗਾ ਕਿ ਸਾਡੀ ਡਿਊਟੀ ਲੱਗੀ ਹੈ, ਸਾਨੂੰ ਇੱਕ ਕੰਮ ਅਸਾਈਨ ਕੀਤਾ ਗਿਆ। ਅਸੀਂ ਇੱਕ ਘਰ ਦੇ ਵਿੱਚ ਮਜ਼ਦੂਰ ਨੂੰ ਬੁਲਾ ਕੇ ਕਹਿੰਦੇ ਹਾਂ ਵੀ ਆਹ ਕੰਮ ਤੇਰਾ ਅੱਜ ਹੋ ਜਾਣਾ ਚਾਹੀਦਾ, ਚਾਹੇ ਉਹਨੂੰ 300 ਰੁਪਏ ਦਿਹਾੜੀ ਦਿੰਦੇ ਹਾਂ ਜਾਂ 400 ਦਿੰਦੇ ਹਾਂ, ਵੀ ਇਹ ਤੇਰਾ ਕੰਮ। ਉਹ ਜੇ 1-2 ਮਿੰਟ ਲਈ ਵੀ ਵਿਹਲਾ ਇੱਧਰ ਉੱਧਰ ਹੋ ਜਾਂਦਾ ਨਾ, ਅਸੀਂ ਕਿਉਂ ਵੀ ਥੱਕ ਗਿਆ ਬਹਾਨੇ ਦੇ ਨਾਲ ਉਸ ਨੂੰ ਕਹਿੰਦੇ, ਤਾਂ ਉਸ ਨੂੰ ਅਸੀਂ ਵਾਚ ਕਰ ਰਹੇ ਹਾਂ, ਤਾਂ ਕੀ ਸਾਨੂੰ ਕੋਈ ਨਹੀਂ ਵਾਚ ਕਰ ਰਿਹਾ? ਤੁਹਾਨੂੰ ਜੋ ਤੁਹਾਡੀ ਡਿਊਟੀ ਦਿੱਤੀ ਹੈ, ਟੀਚਰ ਦੀ ਜ਼ਿੰਮੇਵਾਰੀ ਹੈ ਪੜ੍ਹਾਉਣਾ, ਬੱਚੇ ਦੀ ਜ਼ਿੰਮੇਵਾਰੀ ਹੈ ਪੜ੍ਹਨਾ। ਕੀ ਉਸ ਨੂੰ ਪਤਾ ਲੱਗ ਗਿਆ ਹੋਇਆ ਵੀ ਮੇਰੀ ਰਿਸਪੌਂਸਿਬਿਲਿਟੀ ਕੀ ਹੈ, ਮੈਂ ਕੀ ਮੇਰੇ ਕੰਮ ਹੈ? ਵਿਦਿਆਰਥੀ ਨੂੰ ਵਿਦਿਆਰਥੀ ਤਾਂ ਕਿਹਾ ਜਾਂਦਾ, ਪਰ ਵਿਦਿਆਰਥੀ ਦੇ ਕੰਮ ਕਿਹੜੇ ਹੈ ਇਹ ਉਸ ਨੂੰ ਕਦੇ ਵੀ ਲਿਖਾਏ ਹੀ ਨਹੀਂ ਗਏ ਪੇਜ ਦੇ ਉੱਤੇ। ਮੈਂ ਕਹਿੰਦਾ ਵੀ 1 ਹਫ਼ਤਾ ਇਸ ਤਰ੍ਹਾਂ ਦਾ ਲੱਗਣਾ ਚਾਹੀਦਾ, ਹਰ ਇੱਕ ਕਲਾਸ ਦੇ ਵਿੱਚ ਵਿਦਿਆਰਥੀ ਨੂੰ ਇਹ ਦੱਸਿਆ ਜਾਵੇ ਤੂੰ ਵਿਦਿਆਰਥੀ ਕਿਉਂ ਹੈ ਤੇ ਤੇਰੇ ਕੰਮ ਕੀ ਹੈ। ਹੁਣ ਅੱਜ ਕੱਲ੍ਹ ਸਾਡੇ ਗਵਰਨਮੈਂਟ ਸੈਕਟਰ ਦੇ ਵਿੱਚ ਦੇਖ ਲਓ ਜਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਦੇਖ ਲਓ, ਕਿਉਂ ਇੱਦਾਂ ਦੇ ਮਤਲਬ ਵੀ ਪਲਾਨਿੰਗ ਤੋਂ ਬਿਨਾਂ ਜਿਹੜੇ ਕੰਮ ਹੋ ਰਹੇ ਆ। ਬੰਦਿਆਂ ਨੂੰ ਅਸੀਂ ਅਪੁਆਇੰਟ ਕਰ ਲਿਆ, ਪਰ ਬੰਦੇ ਨੂੰ ਇਹ ਨਹੀਂ ਪਤਾ ਵੀ ਮੈਂ ਕੰਮ ਕੀ ਕਰਨਾ। ਹੁਣ ਅਕਸਰ ਇਹ ਗੱਲ ਹੋਇਆ ਕਰਦੀ ਹੈ ਕਿ ਉਹ ਕਹਿੰਦਾ ਜੀ ਇਹ ਮੇਰਾ ਕੰਮ ਨਹੀਂ, ਉਹ ਕਹਿੰਦਾ ਮੇਰਾ ਕੰਮ ਨਹੀਂ ਹੈ। ਬਿਲਕੁਲ ਅਸਾਈਨ ਕੀਤਾ ਜਾਵੇ ਉਸ ਨੂੰ ਵੀ ਇਹ ਤੇਰੇ ਕੰਮ ਹੈ, ਯੂ ਹੈਵ ਟੂ ਪਰਫਾਰਮ ਥੀਸ ਡਿਊਟੀਜ਼, ਇਹ ਤੈਨੂੰ ਕਰਨੀਆਂ ਹੀ ਪੈਣਗੀਆਂ। ਤਾਂ ਫਿਰ ਦੇਖੋ ਉਹਦੇ ਨਤੀਜੇ ਕੋਈ ਵੱਖਰੇ ਹੋਣਗੇ। ਤਾਂ ਇਸ ਕਰਕੇ ਵਿਦਿਆਰਥੀਓ, ਮੈਂ ਤੁਹਾਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦਾ ਸਤਿਕਾਰ, ਫਿਰ ਆਪਣੇ ਅਧਿਆਪਕਾਂ ਦਾ ਸਤਿਕਾਰ, ਤੇ ਫਿਰ ਜੇ ਤੁਸੀਂ ਇਹ 2 ਚੀਜ਼ਾਂ ਕਰਨ ਲੱਗੇ ਨਾ ਤਾਂ ਤੁਹਾਡਾ ਸਮਾਜ ਦੇ ਵਿੱਚ ਤੁਹਾਡਾ ਸਤਿਕਾਰ ਹੋਣਾ ਸ਼ੁਰੂ ਹੋ ਜਾਏ। ਤਾਂ ਬਸ ਇਹ ਜ਼ਿਆਦਾ ਜ਼ਰੂਰੀ ਆ। ਤੇ ਸਾਰੇ ਅਧਿਆਪਕ ਇਮਾਨਦਾਰ ਹੈ, ਮੈਂ ਤਾਂ ਅੱਜ ਤੱਕ ਕੋਈ ਅਧਿਆਪਕ ਬੇਈਮਾਨ ਨਹੀਂ ਦੇਖਿਆ, ਭਾਵੇਂ ਉਹ ਕਿਸੇ ਦੀ ਨਿਗਾਹ 'ਚ ਹੁੰਦੇ ਹੋਣਗੇ, ਲੇਕਿਨ ਕਹਿੰਦੇ ਆ ਨਾ ਜੀ ਵੀ ਤੁਸੀਂ ਆਪਣੀ ਦ੍ਰਿਸ਼ਟੀ ਇੱਦਾਂ ਦੀ ਰੱਖੋ ਕਿ ਤੁਹਾਨੂੰ ਸਾਰਾ ਕੁਛ ਹੀ ਹੈ ਜਿਹੜਾ ਉਹ ਸੁਹਾਵਣਾ ਲੱਗੇ, ਜਿਹਨੂੰ ਪੋਜ਼ਿਟਿਵ એનર્ਜੀ ਦਾ ਨਾਮ ਕੀਤਾ ਗਿਆ, ਤੇ ਅਟਰੈਕਸ਼ਨ ਹੀ ਅਟਰੈਕਸ਼ਨ ਹੋਵੇ। ਤਾਂ ਇਸ ਗੱਲ ਨੂੰ ਲੈ ਕੇ ਤੁਹਾਡੇ ਨਾਲ ਅੱਜ ਅਟਰੈਕਸ਼ਨ ਬਣੀ,
ਤੁਸੀਂ ਡੀਸੀ ਸਾਹਿਬ ਰਹੇ, ਐਸਡੀਐਮ ਰਹੇ, ਏਡੀਸੀ ਰਹੇ, ਅੱਜ ਕੱਲ੍ਹ ਐਮਡੀ ਹੋ, ਤਾਂ ਮਤਲਬ ਉਹ ਅਟਰੈਕਸ਼ਨ ਕਿਵੇਂ ਬਣੀ? ਹੁਣ ਇੱਕ ਇੱਕ ਕਾਮਨ ਜੇ ਵਿਅਕਤੀ ਦੇ ਨਾਲ ਤੁਹਾਡੀ ਮੁਲਾਕਾਤ ਜਾਂ ਮੇਰੀ ਮੁਲਾਕਾਤ ਤੁਹਾਡੇ ਨਾਲ ਜਾਂ ਤੁਹਾਡੀ ਮੇਰੇ ਨਾਲ ਹੋਣ ਦਾ ਕਾਰਨ ਕੀ ਹੈ ਕਿ ਇਹ ਯੂਨੀਵਰਸ ਦੇ ਵਿੱਚ ਜਿਹੜੀ ਸਾਡੀ એનર્ਜੀ ਹੈ ਨਾ, ਉਹ ਸਾਨੂੰ ਅਟਰੈਕਸ਼ਨ ਦਿੰਦੀ ਹੈ ਜੀ ਕਿ ਆਪਾਂ ਰਲ ਮਿਲ ਕੇ ਇਹੋ ਜਿਹਾ ਕੋਈ ਕੰਮ ਕਰੀਏ ਜਿਸ ਜੀ ਦੇ ਨਾਲ ਕਿ ਸਾਡਾ ਹੈ ਸਮਾਜ ਦੇ ਵਿੱਚ ਸੇਵਾ ਦਾ ਜਿਹੜਾ ਯੋਗਦਾਨ ਹੈ ਹੋਰ ਵੱਧ ਸਕੇ। ਜੀ ਜੀ ਸੋ ਦਰਸ਼ਕੋ, ਆਪਾਂ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਲੈਬ ਔਨ ਵੀਲਸ। ਉਹਦੇ ਹੀ ਤੁਹਾਨੂੰ ਪ੍ਰੈਕਟੀਕਲ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਸਰਦਾਰ ਜਸਵਿੰਦਰ ਸਿੰਘ ਤੁਹਾਨੂੰ ਟ੍ਰੇਨਿੰਗ ਕਰਕੇ ਦਿਖਾਉਣਗੇ ਆਪਣਾ ਕਿਸ ਤਰ੍ਹਾਂ ਕਰਾਉਂਦੇ ਨੇ ਐਕਸਪੈਰੀਮੈਂਟ, ਅਤੇ ਮੈਥੇਮੈਟਿਕਸ ਦੇ ਟੇਬਲ ਕਿਸ ਤਰ੍ਹਾਂ ਬਣਾਉਂਦੇ ਨੇ। ਸੋ ਆਪਾਂ ਬਾਹਰ ਚੱਲਦੇ ਹਾਂ ਜੀ, ਆਪਾਂ ਲੈਬ ਔਨ ਵੀਲਸ ਦੇਖਦੇ ਹਾਂ, ਲਾਈਵ ਦੇਖਦੇ ਹਾਂ। ਆਓ ਸਰ, ਦਿਖਾਓ